ਸਾਰੀ ਗੱਲ ਸੁਣਾਂਗੇ ਤੁਹਾਡੇ ਫੇਵਰ ਵਿੱਚ ਕੀ ਕਰਨਾ ਹਾਂਜੀ ਸਰ ਮੈਂਬਰਸ ਨੇ ਤੁਹਾਡੇ ਫੇਵਰ ਨਹੀਂ ਸਭ ਲੈਵਲ ਤੇ ਹੈ ਪੰਜ ਬੰਦੇ ਆਰਾਮ ਨਾਲ ਆਪ ਜੀ ਉਹਨਾਂ ਨੇ ਇਸ ਤੋਂ ਬਾਅਦ ਹੀ ਆਰਾਮ ਨਾਲ ਤੁਹਾਡੇ ਨਾਲ ਸਾਰੀ ਗੱਲ ਤੁਹਾਡੀ ਮੰਨੀ ਕਮੇਟੀ ਜੋ ਗੱਲ ਹੋਈ ਇਹੀ ਹੋਈ ਕਿ ਆਪ ਜੀ ਦੇ ਹੱਕ ਵਿੱਚ ਹੀ ਠੀਕ ਹੈ ਕੋਈ ਚੀਜ਼ ਸਾਰੇ ਲਾਰੇ ਨਹੀਂ ਲਗਾਣੇ हेलो हेलो वाहिगुरु वाहिगुरु हेलो हेलो कितने हो गए 5 हो गए नहीं 5 हो गए ना 1 2 एक मिनट चलो चलो पांच जने कोई आ जाओ बाकी बाहर बैठ जाओ बाकी बाहर बैठ जाओ बाकी बाहर बैठ जाओ कोई दिक्कत नहीं मैं तुसी नहीं कहना मैं कहना तुसी बाहर बैठ जाओ पंज टीचर पंज का डेपुटेशन बहुत है थोड़ी नुमाइंदगी कर लेंगे चलो कोई चली जाओ पंज जने बैठ जाओ हाँ जी तुसी साथ टीचर जे हैं वो सरदार ही दूजे आए थे एक जना आ जाओ कोई बाकी बाहर बैठ जाओ एक जना बैठ जाओ कोई गल नहीं वैसे प्रेस का कोई मतलब नहीं अभी अपन टीचर गल करनी है फिर भी कोई गल नहीं जाए जो एक जना बैठ जाओ बाहर बैठ जाओ तुम बाहर बैठ हाँ जी दसो
ਆਏ ਜੋ ਕੋਈ ਗੱਲ ਕਰਨ ਆਏ ਹੋ ਨਾ ਜੀ, ਉਹ ਦੱਸੋ। ਗੱਲ ਇਹ ਹੈ, ਜਿਹੜਾ ਤੁਹਾਡਾ 93 ਟੀਚਰਾਂ ਦਾ ਮਸਲਾ ਹੈ, 93 ਟੀਚਰਾਂ ਦਾ, ਅਸੀਂ ਆਪਣੀ ਗਵਰਨਿੰਗ ਬਾਡੀ ਪਾਸ ਕਰਕੇ 8 ਅਗਸਤ ਨੂੰ ਭੇਜ ਦਿੱਤਾ। ਚੇਅਰਮੈਨ ਸਾਹਿਬ ਕੋਲ 8 ਅਗਸਤ ਨੂੰ ਗਵਰਨਿੰਗ ਪਾਰਟੀ ਨੇ ਐਨਜੀ ਮੀਟਿੰਗ ਹੋਈ ਸੀ, ਜੋਰੀ ਪਾਸ ਕਰ। ਫਿਰ ਅਸੀਂ ਆਪਣੀ ਐਜੂਕੇਸ਼ਨ ਪਾਰਟੀ ਵੀ ਪਾਸ ਕਰ ਦਿੱਤਾ। ਇਹਨਾਂ 93 ਟੀਚਰਾਂ ਨੂੰ ਜਿਹੜਾ 65 ਤੱਕ ਫਲੋ ਕਰ ਦਿੱਤਾ ਗਿਆ। ਐਜੂਕੇਸ਼ਨ ਪਾਰਟੀ ਨੇ ਵੀ ਪਾਸ ਕਰ, ਉਹ ਵੀ ਚਲਾ ਗਿਆ। ਉੱਥੋਂ ਫਾਈਨਲ 'ਚ ਗਈ ਜੀ, ਫਾਈਨਲ 'ਚੋਂ ਵੈਟ ਹੋ ਕੇ ਆਏਗੀ, ਫਿਰ ਚੇਅਰਮੈਨ ਸਾਈਨ ਕਰਕੇ ਉਸ ਫਾਈਲ। ਮੀਨਵਾਈਲ ਅਸੀਂ ਸਾਰੇ ਡਿਪਾਰਟਮੈਂਟ ਕਾਰਪੋਰੇਸ਼ਨ ਦੇ ਕਮਿਸ਼ਨਰ ਨੂੰ, ਕਾਰਪੋਰੇਸ਼ਨ ਅਫਸਰ ਨੂੰ, ਜਿਹੜਾ ਐਜੂਕੇਸ਼ਨ ਅਫਸਰ ਹੈ ਕਾਰਪੋਰੇਸ਼ਨ ਦਾ, ਔਰ ਤਿੰਨੋਂ ਮੇਅਰਾਂ ਚਿੱਠੀ ਪਾ ਕਿ ਤੁਸੀਂ ਸਾਨੂੰ ਦੱਸੋ ਕਿ ਕਿਹੜੇ ਕਿਹੜੇ ਸਕੂਲ ਤੁਹਾਡੇ ਕੋਲ ਬੱਚੇ ਆ ਨੇ ਜਿਨ੍ਹਾਂ ਨੂੰ ਪੰਜਾਬੀ ਟੀਚਰਾਂ ਅਸੀਂ ਭੇਜਦੇ, ਉਹਨਾਂ ਦੇ ਮੀਨਵਾਈਲ ਸਾਨੂੰ ਜਵਾਬ ਆ ਜਾਏਗਾ। ਔਰ ਇਹ ਵੀ ਲਿਖ ਦਿੱਤਾ ਉਹਨਾਂ ਨੂੰ ਕਿਹੜੇ ਸਕੂਲ, ਜੇ ਤੁਸੀਂ ਸਕੂਲ ਖੋਲ ਰਹੇ, ਜਿਸ ਨੂੰ ਸਕੂਲ ਖੋਲਣਗੇ, ਤੁਹਾਨੂੰ ਵੀ ਪਤਾ ਕਿ ਪਿਛਲੇ ਸਾਲ ਅਪ੍ਰੈਲ ਮਈ ਤੋਂ ਬਾਅਦ ਸਕੂਲ ਨਹੀਂ ਚੱਲੇ, ਪ੍ਰਾਇਮਰੀ ਸਕੂਲ ਨਹੀਂ। ਇਹਨਾਂ ਵੀ ਅਜੇ ਖੋਲ੍ਹੇ ਨੇ 9ਵੀਂ ਤੋਂ 12ਵੀਂ ਤੱਕ ਦੇ ਸਕੂਲ ਖੋਲ੍ਹੇ, 9ਵੀਂ 10ਵੀਂ 11ਵੀਂ 12ਵੀਂ। ਸੁਣ ਲਓ ਮੇਰੀ ਗੱਲ, ਜਾਂ ਤੇ ਤੁਸੀਂ ਬੋਲ ਲਓ ਜਾਂ ਮੈਂ ਬੋਲ, ਜਾਂ ਤੁਸੀਂ ਬੋਲੋ। ਸਾਰੇ ਖੁੱਲੇ ਵਿੱਚ ਕਿੱਥੋਂ ਪ੍ਰੂਫ ਲੈਣਾ ਚਾਹੁੰਦੇ, ਮੈਂ ਤੁਹਾਨੂੰ ਸਕੂਲ ਦੇ ਦਿਖਾ ਦਿੰਦੀ। ਅਸੀਂ ਟੀਚਰ ਸਟਾਫ ਸਭ ਜਾ ਰਹੇ, ਮੇਰੇ ਕੋਲ ਤੁਸੀਂ ਕਹਿੰਦੇ ਸਕੂਲ ਖੁੱਲੇ, ਤੁਹਾਨੂੰ ਸਕੂਲਾਂ ਬਾਰੇ ਦੱਸ ਰਿਹਾ ਨਾ। ਮੈਂ ਸਕੂਲ ਵਿੱਚ ਰੋਜ਼ ਜਾਂਦੀ ਹਾਂ। ਮੈਂ ਉਹਨਾਂ ਨੂੰ ਲਿਖ ਦਿੱਤਾ ਚਿੱਠੀ ਪਾ ਕਿ ਤੁਸੀਂ ਮੈਨੂੰ ਦੱਸੋ ਕਦੋਂ ਤੋਂ ਸਕੂਲ ਚੱਲਣਾ, ਕਦੋਂ ਤੋਂ ਅਪਲਾਈ ਕਰਾਉਣੀ ਹੈ। ਇਹ ਤੇ ਐਜੂਕੇਸ਼ਨ ਅਫਸਰ ਹੀ ਦੱਸੇਗਾ ਨਾ, ਜਿਹੜਾ ਵੀ ਹੈ। ਆਪ ਤੁਸੀਂ ਸੁਣ ਲਓ ਮੇਰੀ ਗੱਲ ਨਹੀਂ। ਜਦੋਂ ਤੱਕ ਜਾਇਨਿੰਗ ਤੇ ਸਕੂਲ ਕੀ ਹੋ, ਜੁਆਇਨਿੰਗ ਦੇਣ ਨੂੰ ਸਕੂਲ ਸਟਾਫ ਤਿਆਰ ਬੈਠਾ ਹੋਇਆ ਜੀ ਨਾ। ਮੈਨੂੰ ਤੁਸੀਂ ਇਹ ਕਰੋ ਨਾ, ਮੇਰੀ ਬਜਾਏ ਤੁਸੀਂ ਐਜੂਕੇਸ਼ਨ ਅਫਸਰ ਜਿਹੜਾ ਕਾਰਪੋਰੇਸ਼ਨ ਦਾ ਨਾ, ਉਹਨੂੰ ਕਹੋ ਤੁਹਾਨੂੰ ਪੰਜਾਬੀ ਅਕੈਡਮੀ ਨੇ ਚਿੱਠੀ ਲਿਖੀ ਹੈ, ਉਹ ਸਾਨੂੰ ਜਵਾਬ ਦੇ ਦੇ ਐਸਾ ਸਕੂਲ ਭੇਜ ਦਿਓ, ਟੀਚਰ ਮੈਂ ਭੇਜ ਦਿਆਂਗਾ। ਨਹੀਂ ਵੀਰ ਜੀ, ਉਹ ਪ੍ਰਿੰਸੀਪਲ ਇੱਕ ਜਣਾ ਬੋਲੋ। ਸੁਣੋ ਮੇਰੀ ਗੱਲ ਸੁਣ ਲਓ। ਪੰਜਾਬੀ ਅਕੈਡਮੀ ਦਾ ਕੋਈ ਮੇਰੀ ਗੱਲ ਤੁਹਾਡੀ ਬੋਲਣ ਤੇ ਦਿੰਦੇ ਜੀ, ਇੱਕ ਜਾਣਾ ਬੋਲੋ। ਹਾਂਜੀ, ਤੁਸੀਂ ਜਿਹੜੀ ਕਹਿ ਰਹੇ ਕਿ 8 ਅਗਸਤ ਦੀ ਅਸੀਂ ਦਿੱਤੀ ਹੋਈ ਹੈ, 4 ਮਹੀਨੇ ਤੋਂ ਅਸੀਂ ਇਹੀ ਸੁਣ ਰਹੇ ਹਾਂ ਕਿ ਅਸੀਂ 8 ਅਗਸਤ ਨੂੰ ਫਾਈਲ ਭੇਜੀ ਹੈ, 8 ਅਗਸਤ ਨੂੰ ਫਾਈਲ ਭੇਜੀ ਹੈ। ਔਰ ਸਕੂਲ ਖੁੱਲਣ ਦਾ ਤੇ ਭੁੱਲ ਜਾਓਗੇ ਸਰ। ਹਾਂਜੀ, ਸਕੂਲ ਖੁੱਲ ਜਾਣਗੇ, ਸਕੂਲ ਤਾਂ ਖੁੱਲਣਾ ਹੀ ਨੇ, 9ਵੀਂ 10ਵੀਂ 12ਵੀਂ ਦੇ ਖੁੱਲ ਗਏ ਤੇ ਇਹ ਵੀ ਖੁੱਲ ਜਾਣੇ। ਇਹ ਤੇ ਖੁੱਲੇ ਹੋਏ ਹੈ ਪ੍ਰਾਇਮਰੀ ਸਕੂਲ ਅਜੇ ਤੱਕ ਸਰ ਖੁੱਲੇ ਹੋਏ ਹੈ। ਮੈਂ ਟੀਚਰ ਖੁੱਲੇ, ਸਕੂਲ ਖੁੱਲੇ ਨੇ, ਟੀਚਰਸ ਪੜ੍ਹਾ ਰਹੀਆਂ ਨੇ। ਮਤਲਬ ਸਿਰਫ ਸਾਡੀ ਵਾਸੀ ਹੀ ਸਾਰੇ ਬੰਦ ਹੈਗੇ ਦਿੰਦੇ ਸੀ। ਸਿਰਫ 60 ਜਣਾ ਬੋਲੇਗਾ ਤੇ ਮੈਂ ਗੱਲ ਸੁਣਾਂਗਾ, ਨਹੀਂ ਤੇ ਮੈਂ ਕੋਈ ਗੱਲ ਸਰ ਸਿਰਫ 60 ਸਾਲ ਵਾਲੇ ਹੀ ਟੀਚਰ। ਮੇਰੀ ਗੱਲ ਸੁਣ ਲਓ, ਇੱਕ ਮਿੰਟ ਸੁਣ ਲਓ। 60 ਸਾਲ ਤੋਂ ਉੱਤੇ ਜਿੰਨੀਆਂ ਟੀਚਰਾਂ ਨੇ ਸਾਡੇ ਕੋਲ ਕੰਟੈਕਟ ਸਾਰੀਆਂ ਹੁਣ ਤੇ ਮੇਰੀ ਗੱਲ ਸੁਣ ਕਰਦੇ ਕਿ ਤੁਸੀਂ ਇੱਕ ਤੇ ਇਹਨਾਂ ਸਭ ਦਾ ਨਾ ਕੇਸ ਨੂੰ ਤੁਸੀਂ ਬੋਲ ਕੇ ਸਾਫ ਸੁਣੋ ਇੱਕ ਮਿੰਟ ਸੁਣੋ। ਜਿਹੜੀ ਵੀ ਟੀਚਰ ਆਉਂਦੀ ਹੈ ਸਾਡੇ ਕੋਲ, ਤੁਹਾਡਾ 10 ਮਹੀਨੇ ਦਾ ਕੰਟੈਕਟ ਹੁੰਦਾ ਰਿਹਾ। ਹਾਂਜੀ ਬਿਲਕੁਲ, ਉਹ ਤੁਹਾਡਾ ਕੰਟੈਕਟ ਜੁਲਾਈ 'ਚ ਖਤਮ ਹੋ ਗਿਆ। ਹਾਂਜੀ ਹੁਣ ਕੰਟੈਕਟ ਤੁਹਾਡਾ ਰਿਵਾਈਜ਼ ਕਰਨਾ। ਬਿਲਕੁਲ ਸਰ। ਹਾਂਜੀ ਬੋਲੋ ਬੋਲੋ ਸਰ, ਬੋਲੋ ਤੁਸੀਂ। ਜੇ ਕੋਈ ਗੱਲ ਨਹੀਂ ਸੁਣਨੀ ਤਾਂ ਜਾਂ ਬਾਹਰ ਚਲੇ ਜਾਓ ਤੇ ਗੱਲ ਨਹੀਂ ਬੋਲੋ, ਤੁਸੀਂ ਡੈਪੂਟੇਸ਼ਨ ਦਾ ਹਿੱਸਾ ਹੋ। ਹਾਂਜੀ ਬਿਲਕੁਲ ਉਸੇ ਤਰ੍ਹਾਂ ਹੀ ਜਾਨੀ ਗੱਲ ਕਰੋ। ਤੁਹਾਡਾ ਕੰਟੈਕਟ ਸਭ ਰਿਵਾਈਜ਼ ਹੁੰਦਾ। ਅੱਜ ਤੱਕ ਜਿੰਨੇ ਸਾਲ ਤੁਸੀਂ ਨੌਕਰੀ ਕੀਤੀ ਹੈ, ਤੁਹਾਡਾ ਕੰਟੈਕਟ ਰਿਵਾਈਜ਼ ਹੁੰਦਾ। ਹਾਂਜੀ ਬਿਲਕੁਲ, ਸਾਲ 'ਚ 10 ਮਹੀਨੇ ਤੁਹਾਨੂੰ ਬਿਲਕੁਲ ਜੀ, ਇਹ 10 ਮਹੀਨੇ ਦੀ ਰਿਵਾਈਜ਼। ਹਾਂਜੀ ਹੁਣ ਕੰਟੈਕਟ ਨੇ ਰਿਵਾਈਜ਼ ਹੋਣਾ।
ਹਾਂਜੀ ਜਦੋਂ ਤੱਕ ਕੰਟੈਕਟ ਜੁਲਾਈ ਤੱਕ ਤੁਸੀਂ ਇੱਕ ਜਣਾ ਬੈਠ ਜਾਓ, ਕੋਈ ਵੀ ਜਾਓ ਬੈਠ ਜਾਂਦੇ ਜਦ ਤੱਕ ਵੀ ਕੰਟੈਕਟ ਹੀ ਤੁਹਾਡਾ, ਅਸੀਂ ਤੁਹਾਨੂੰ ਤਦ ਤੱਕ ਦੀ ਪੂਰੀ ਸੈਲਰੀ ਜੁਲਾਈ ਤੱਕ ਦੀ ਸੈਲਰੀ ਸਾਨੂੰ ਮਿਲੀ। ਹੁਣ ਕੰਟੈਕਟ ਤੁਹਾਡਾ ਜਿਸ ਰਿਵਾਈਜ਼ ਹੋ ਜਾਏਗਾ। ਮੈਂ ਪਹਿਲੇ ਦਿਨ ਵੀ ਤੁਹਾਨੂੰ ਇਹ ਗੱਲ ਕਹੀ ਸੀ ਕਿ ਅਸੀਂ ਕਿਸੇ ਟੀਚਰ ਨੂੰ ਪੜ੍ਹਨਾ ਤੁਸੀਂ ਕਹੀ ਸੀ ਸੁਣੋ ਮੇਰੀ ਗੱਲ ਤੇ ਅੱਜ ਵੀ ਉਹੀ ਗੱਲ ਕਹਿ ਰਿਹਾ, ਕਿਸੇ ਟੀਚਰ ਨੂੰ ਕੱਢਣਾ ਨਹੀਂ, ਸਭ ਨੂੰ ਨੌਕਰੀ ਤੇ ਰੱਖਣਾ ਔਰ ਸਭ ਨੂੰ ਕਰਨ ਦੇ ਲਈ ਅਸਾਂ ਵਰਕਿੰਗ ਪਾਰਟੀ ਵੀ ਪਾਸ ਕਰਕੇ ਦੇ ਦਿੱਤਾ, एजुकेशन कमेटी भी पास करके दे दिता कि 93 टीचरों को 65 साल तक की परमिशन। उन्होंने फाइल में वैट करना होंगे, फाइनल को जरूरी गल है, पैसा देना, तनख्वाह देनी। इस करके आ जाएगी और आप 5-7 साल के नाम आ जाएगी, सब अपॉइंटमेंट लेटर भी दे दें, साढ़े को तो तैयार ने। लेकिन एक गल सुन लो, सानू एजुकेशन अफसर ने लिख के कारपोरेशन कि इन्होंने ना स्टूडेंट भेज दियो, साढ़े को बच्चे हैं जिन्हें हर साल नवे बच्चे आ जाते हैं, तो पुराने बच्चे चले जाते हैं। प्राइमरी वाले मिडल चल जाते, मिडल वाले सेकेंडरी चल जाते। वो सानू लिख के देते कि जेड़े जेड़े स्कूल एक मिनट भाई, एक मिनट पहले उन्होंने सुन लो, फिर वाई वाई सब अपने अपने विचार रखेंगे। पहले सुनो सब सुनो, जेड़े भी स्कूल जो कहेंगे ओके नियर बाई स्कूल की जेड़ी टीचर होगी, नियर बाई मैं लफज कह रहा कि जे तारपुर वाला स्कूल लिख के दिंदा प्राइमरी से, असं देखा रजौरी की टीचर की तारपुर, जे टगोर गार्डन वाला स्कूल देखता तो असं देखा किनिया टीचर टगोर गार्डन। ये स्पीकर कोई शामनगर लिख देंगे, शामनगर की थोड़े कोई टीचर है शामनगर भेज, कोई चांद नगर लिख के दिंदा, कोई तिलक नगर लिख के दिंदा। ਹੁਣ ਨੀਅਰ ਬਾਈ ਸਕੂਲ ਦੀ ਜਿਹੜੀ ਟੀਚਰ ਹੋਗੀ ਅਸੀਂ ਉੱਥੇ ਉੱਥੇ ਭੇਜ ਦਿਆਂਗੇ ਔਰ 65 ਸਾਲ ਤੱਕ ਦਾ 93 ਟੀਚਰਾਂ ਕੋਲ सर बोल सकते बोल लिया, हम बोल रहे तो सर हम ऐसे बोलिए। एक एक करके बोलेंगे, बोलो ਕੋਈ ਇੱਕ ਬੋਲ ਲੋ, ਬੋਲੀ ਤੇ ਗੱਲ नहीं है बोल रहे हैं गल कर हाँ, रहे हैं बोल रहे हैं। कि 4 ਜਾਣਦੇ ਆ ਕਿ ਤੁਹਾਨੂੰ ਡਿਮਾਂਡ ਲੈਟਰ ਚਾਹੀਦਾ ਹੈ, ਅਸੀਂ ਡਿਮਾਂਡ ਲੈਟਰ ਆਪਣੇ ਪ੍ਰਿੰਸੀਪਲ ਕੋਲੋਂ ਲਗਵਾ ਕੇ ਲਿਆ ਨਹੀਂ, ਦੇਣੇ ਤੁਹਾਨੂੰ। ਪ੍ਰਿੰਸੀਪਲ ਦਾ ਲਿਖਿਆ ਨਹੀਂ ਮੰਨਣਾ, ਕਿਉਂਕਿ ਮੈਨੂੰ ਤੁਹਾਡੀਆਂ ਟੀਚਰਾਂ ਨੇ ਇਹ ਗੱਲ ਕਹੀ ਹੈ ਕਿ ਪ੍ਰਿੰਸੀਪਲ ਕੋਲੋਂ ਤੁਸੀਂ ਮੰਗਦੇ ਹੋ ਉਹ ਸਾਡੇ ਕੋਲੋਂ ਉਹ ਕੰਮ ਕਰਾਉਂਦੇ ਨੇ ਜਿਹੜੇ ਸਾਡੇ ਪੰਜਾਬੀ ਨਾਲ ਸੰਬੰਧਿਤ ਸੀ। ਮੈਂ ਨਹੀਂ ਕਿਹਾ ਇਹ ਦੇਖੋ ਜੀ, ਦੇਖੋ ਵੀ ਇੱਕ ਮਿੰਟ ਸੁਣੋ, ਵਿੱਚ ਨਹੀਂ ਬੋਲੋ, ਵਿੱਚ ਨਹੀਂ ਬੋਲੋ, ਸੁਣੋ ਮੇਰੀ ਗੱਲ। ਮਗਰ ਮੱਛ ਕੋਲ ਅਸੀਂ ਵੈਰ ਨਹੀਂ ਕਿਉਂਕਿ ਉਹਨਾਂ ਕੋਲੋਂ ਅਸੀਂ ਰੱਖਦੇ ਆ, ਇਹ ਕਹਿੰਦੇ ਕਿ ਅਸੀਂ ਮਗਰ ਮੱਛ ਕੋਲੋਂ ਵੈਰ ਨਹੀਂ ਕਿਉਂ ਬੋਲਦੇ ਆ? ਦੋ ਸੁਣ ਲਓ, ਸੁਣ ਲਓ ਸਾਡੇ ਮੇਰੀ ਗੱਲ। ਉਹਨਾਂ ਨੂੰ ਇੱਕ ਵਾਰ ਆਪਣੀ ਗੱਲ ਪੂਰੀ ਕਰਨ ਦਿਓ, ਫਿਰ ਤੁਸੀਂ ਆਪਣਾ ਪੱਖ ਰੱਖੋ। ਕਿ ਪ੍ਰਿੰਸੀਪਲ ਸਾਡੇ ਕੋਲੋਂ ਅਨਡਿਊ ਵਰਤੀ ਪੰਜਾਬੀ ਦੀ ਭਲਾਈ ਤੋਂ ਸਵਾਏ ਉਹ ਸਾਨੂੰ ਐਜ਼ ਏ ਟੀਚਰ ਇਸਤੇਮਾਲ ਕਰਦੇ। ਅਸੀਂ ਵੀ ਮੈਂ ਨਹੀਂ ਮੈਂ ਇਹ ਕਿਹਾ ਕਿ ਹੋਰ ਕੰਮ ਕਰਾਉਂਦੇ ਰਹਿੰਦੇ, ਦਫ਼ਤਰ ਦੇ ਕੰਮ ਕਰਾਉਂਦੇ ਰਹਿੰਦੇ। ਦੇਖੋ ਦਾ ਕੰਮ ਕੋਈ ਨਹੀਂ ਕਿ ਅਸੀਂ ਕਿਹਾ ਸੀ ਉਹਨਾਂ ਨਾਲ ਪਿਆਰ ਨਾਲ ਰਹਿ ਰਿਹਾ, ਉਹ 2 ਸਾਲ ਕੰਮ ਸਾਡੇ ਘਰ ਬੱਚੇ ਲੱਗੇ ਨੇ, ਟੀਚਰ ਕਿਉਂ ਦਾ ਕੰਮ ਕਿਉਂ ਕਰਨਗੇ? ਅਸੀਂ ਕਿਉਂ ਦਾ ਕੰਮ ਹੋਣਾ ਕਰਨ ਜਾਂਦੇ। ਸੁਣੋ ਮੇਰੀ ਗੱਲ। ਇਸੇ ਕਰਕੇ ਮੈਂ ਐਜੂਕੇਸ਼ਨ ਅਫਸਰ ਨੂੰ ਜਵਾਬ ਦਿੱਤਾ, ਉਹ ਲਿਖ ਕੇ ਦੇਗਾ, ਰਿਪੋਰਟ ਵੀ ਉਹ ਦੇਗਾ ਮੈਨੂੰ ਕਿ ਟੀਚਰ ਤੁਹਾਡੀ ਆ ਰਹੀ ਹੈ ਨਹੀਂ ਆ ਰਹੀ। ਤੁਹਾਡਾ ਪ੍ਰਿੰਸੀਪਲ ਦੇ ਥੱਲੇ ਲੱਗ ਕੇ ਕਰਦਾ ਕੋਈ ਕੰਮ, ਤੁਸੀਂ ਉਹਦੇ ਇੰਪਲਾਈ ਨਹੀਂ, ਤੁਸੀਂ ਪੰਜਾਬੀ ਅਕੈਡਮੀ ਦੇ ਇੰਪਲਾਈ। ਸੈਲਰੀ ਤੁਹਾਨੂੰ ਪੰਜਾਬੀ ਅਕੈਡਮੀ ਦੇ ਰਿਹਾ, ਮਿਊਨਿਸਪਲ ਕਾਰਪੋਰੇਸ਼ਨ ਦੇ ਵੀ ਇੰਪਲਾਈ ਨਹੀਂ। ਇਸ ਕਰਕੇ ਪ੍ਰਿੰਸੀਪਲ ਦੇ ਥੱਲੇ ਲੱਗ ਕੇ ਕੰਮ ਕਰਨ ਦੀ ਲੋੜ ਨਹੀਂ ਪਏਗੀ। ਤੁਹਾਨੂੰ ਜਿੰਨਾ ਕੰਮ ਕਰਨਾ ਪਏਗਾ ਪੰਜਾਬੀ ਦੀ ਭਲਾਈ ਵਾਸਤੇ, ਇਹਦੇ ਪ੍ਰਚਾਰ ਵਾਸਤੇ। ਪੰਜਾਬੀ ਵਿੱਚ ਪਟਾਕਾ ਬਸ ਇਹੀ ਕਰਕੇ ਤੁਹਾਨੂੰ ਮੈਂ ਇੱਕ ਖਾ ਦਿੱਤਾ, ਉਹ ਲਿਖ ਕੇ ਦੇ। ਬਾਕੀ ਗੱਲ ਦੱਸਾਂ ਨਾ, ਇੱਥੇ ਆ ਕੇ ਭਾਵੇਂ ਕਿੰਨੀ ਨੇ ਕਿੰਨੀ ਖਾਪ ਪਾ ਲਈ ਹੋਏ ਕਹਿ ਲਿਆ, ਕਿਸੇ ਵੀ ਲੀਡਰ ਨੇ ਅਜੇ ਤੱਕ, ਮੈਂ ਅੱਜ ਵੀ ਡਾਕ ਚੈੱਕ ਕਰਾਂ, ਅੱਜ ਦੀ ਡੇਟ ਤੱਕ ਤੁਹਾਡੇ ਵਾਸਤੇ ਕਿਸੇ ਨੇ ਮੈਨੂੰ ਚਿੱਠੀ ਨਹੀਂ ਭੇਜੀ। ਥੱਲੇ ਭਾਵੇਂ ਅਨਾਉਂਸ ਕਰ ਦਿੱਤਾ, ਪ੍ਰੈਸ 'ਚ ਅਨਾਉਂਸ ਕਰ ਦਿੱਤਾ, ਅੱਜ ਤੱਕ ਕਿਸੇ ਨੇ ਮੈਨੂੰ ਚਿੱਠੀ ਨਹੀਂ ਦਿੱਤੀ। ਔਰ ਤੁਸੀਂ ਵੀ ਜਿਹੜੀ ਚਿੱਠੀ ਦਿੱਤੀ ਹੈ ਨਾ, ਮੈਂ ਇੱਕ ਮਿਲ ਦਿੱਤੀ ਉਹਨਾਂ ਦੀ ਗਲਤੀ ਹੈ। ਉੱਥੇ ਸਭ ਕਹਿ ਦਿੱਤਾ ਪ੍ਰੈਸ। ਤੁਸੀਂ ਇਹਦੇ 'ਚ
ਅਜੇ ਤੱਕ ਨਹੀਂ ਬੋਲਿਆ। ਤੁਸੀਂ ਵੀ ਜਿਹੜੀ ਚਿੱਠੀ ਦਿੱਤੀ ਹੈ ਮੈਨੂੰ ਨਾ, ਇਹ ਦੇਖੋ, ਇਹ ਦੇਖੋ, ਇਹ ਤੁਹਾਡੀ ਚਿੱਠੀ ਹੈ। ਪਰ ਇਹ ਵੀ ਪੰਜਾਬੀ ਇੱਕ ਮਿੰਟ ਰੁਕ ਜਾਓ, ਜਰਾ ਇੱਕ ਮਿੰਟ ਪਹਿਲੇ ਸੁਣ ਲਓ। ਕੱਢਾਂ ਨੂੰ ਫਾਰਮ ਤੁਸੀਂ ਇਹ ਦੇਖੋ, ਫਾਈਲ ਆਪਣੀ ਕੱਢੋ। ਇਹ ਦੇਖੋ, ਇਹਨਾਂ ਨੇ ਵੀ ਜਿਹੜੀ ਚਿੱਠੀ ਦਿੱਤੀ ਹੈ ਮੈਨੂੰ ਪੰਜਾਬੀ 'ਚ ਨਹੀਂ ਦਿੱਤੀ। ਇਹ ਜੇ ਸਟਾਮ ਬਣਾ ਸਾਡੇ ਆਰਡਰ ਵੀ ਸਾਨੂੰ ਵੀਰ ਜੀ ਸਾਨੂੰ ਆਰਡਰ ਵੀ ਦੋ ਫਾਰਮ ਹਿੰਦੀ ਦੇ ਪਰ ਆਈ ਜਾਂਦੇ ਨੇ ਪੰਜਾਬੀ ਦੇ ਲੈਟਰ ਹਿੰਦੀ ਵਿੱਚ ਇਹ ਤਾਂ ਉਹਦੇ ਵਿੱਚ ਇਹ ਅੱਜ ਤੋਂ ਪਹਿਲੇ ਦਿੱਤਾ ਨਾ, ਫੇਰੇ ਹੋ ਗਿਆ। ਨਹੀਂ ਸਾਨੂੰ ਹਿੰਦੀ ਦੇ ਦੋ ਉਹਨੂੰ ਕਦੋਂ ਜਾਇਨੀ ਲੈਟਰ ਦਿੱਤਾ? ਜਿਹੜਾ ਦਿੱਤੀ ਹੈ ਨਾ ਚਾਹੀਦੀ ਸਾਨੂੰ ਹਿੰਦੀ ਸੀ ਸਾਡੇ ਕੋਲ ਸਾਰਾ ਮਿਲ ਮੈਂ ਕੋਈ ਕੰਮ ਇੱਥੇ ਸੁਣੋ ਮੇਰੀ ਗੱਲ। ਨਹੀਂ ਅਪ੍ਰੈਲ 'ਚ ਫਾਰਮ ਮਿਲੇ ਆ ਸਾਨੂੰ ਉਹਨਾਂ ਦਾ ਉਹਨੇ ਉਸ ਦੱਸ ਤੋਂ ਬਾਅਦ ਫਿਰ ਦਿਆ। ਮੈਸੇਜ ਚਲਾ ਗਿਆ ਇੱਕ ਮਿੰਟ ਰੁਕੋ, ਇੱਕ ਮਿੰਟ ਰੁਕ ਜਾਓ, ਮੈਨੂੰ ਗੱਲ। ਸਾਨੂੰ ਵੀ ਹਿੰਦੀ ਚ ਮਿਲਦੇ ਆ ਉਹ ਜਦੋਂ ਮਿਲਦੇ ਸਾਂ ਸਰ ਇੱਕ ਮਿੰਟ ਮੈਂ ਗੱਲ ਇੱਕ ਮਿੰਟ ਰੁਕ ਜਾਓ, ਇੱਕ ਮਿੰਟ ਰੁਕ ਜਾਓ, ਇੱਕ ਮਿੰਟ ਰੁਕ ਜਾਓ, ਸਰ ਦੇਖੋ ਇੱਕ ਮਿੰਟ ਰੁਕੋ, ਕਿਉਂ ਹੈ ਮੇਰੇ ਨਾਲ ਗੱਲ ਕਰੋ। ਮੈਂ ਬੈਠਾ, ਮੇਰੇ ਬੈਠਾ ਮੈਂ ਬਕਾਇਦਾ ਅੱਜ ਤੋਂ 1 ਮਹੀਨਾ ਪਹਿਲੇ ਨਾ बेटे वो उसको उनको बुलाओ, जरा मंजीत को बुलाओ, एक ऑर्डर कर ये पंजाबी अकेडमी है, ये जेड़ा भी आंदा ना सुन लो मेरी गल करन ਉਹਨੂੰ ਪੰਜਾਬੀ ਬੋਲਣੀ ਤੇ ਪੰਜਾਬੀ ਲਿਖਣੀ ਜ਼ਰੂਰੀ ਹੈ। ਹੁਣ ਜਿਹੜਾ ਨੋਟਿਸ ਜਾਂਦਾ ਨਾ ਸਾਡਾ ਮੀਟਿੰਗ ਦਾ ਹੋਈ ਅੱਗੇ ਇੰਗਲਿਸ਼ ਜਾਂਦੇ ਦਾ, ਹੁਣ ਬਾਈ ਲੈਂਗੁਏਜ ਕਰ कोई नोटिस कोई कुछ भी जाएगा पहले पंजाबी फिर तुझी इंग्लिश, इको लैटर से 2 जगह कर। सुन लो पहले मेरी गल, हर इंपलाई ਜਿਹੜਾ ਪੰਜਾਬੀ ਅਕੈਡਮੀ ਤੋਂ ਸੈਲਰੀ ਲੈਂਦਾ ਹੈ ਉਹਨੂੰ 3 ਮਹੀਨਿਆਂ ਦੇ ਵਿੱਚ ਪੰਜਾਬੀ ਸਿੱਖਣੀ ਜ਼ਰੂਰੀ ਹੋਈ, ਪੰਜਾਬੀ ਬੋਲੇਗਾ। ਇੱਥੇ ਗਵਰਨਿੰਗ ਬਾਡੀ ਮੀਟਿੰਗ ਜੀ ਕੋਈ ਬੋਲ ਪੈਂਦਾ ਨਾ इंग्लिश से या दूसरी भाषा गल करता मैं टोक दे, पहले पंजाबी गल कर फिर सुनावा। और 6 महीने के विच हर इंपलाई पंजाबी लिखनी सीखनी बेग नहीं लिखता तो मैं नोटिस इशू कर दिता डिपार्टमेंट इलेक्शन का नोटिस की कापी होने तुम दिखा देना। सर ये ऑर्डर ਤੇ ਅੱਜ ਹੋਇਆ ਨਾ ਕਿ ਪੰਜਾਬੀ ਬੋਲੋ। मैं बनया ही आज जाना, मैं ਫਿਰ ਅੱਜ ਤੇ ਅਸੀਂ ਵੀ ਅੱਗੇ ਵਾਸਤੇ ਸੁਧਾਰ ਕਰ ਲਾਂਗੇ, ਪੰਜਾਬੀ ਜਦ ਤੱਕ ਸੁਣਾਵਾਂਗੇ ਸਾਡੀ जो पिछले हफ्ते घट्टो घट आप एक गल सुनो मेरी भैन, मेरी गल तुसीं रिप्रजेंट कर रहे हो, थल्ले बैठ के बोल रहे हो जो मैं सुन रहा था इन्हों के चैनल सुनो, पहले सुनो फिर सुन चलो, नहीं बोलो बाद बोलो बाद में सुनागा पूरी सुनागा पहले सुनो अगर एमसीडी का पहले सुनो हां जी थल्ले बैठ के कह रहे हो कि पंजाबी के प्रचार वास्ते नहीं कर रहे, पंजाबी खत्म हो जाएगी, पंजाबी उदों खत्म हो जाएगी जदों इन्हू सिर्फ लिखना नहीं बोलना। बिल्कुल बिल्कुल हाँ जी ठीक है। मैं गल जाके उसके बाद तेरी जाके गल ਤੇ ਮੇਰੇ ਸਾਹਮਣੇ ਗੱਲ ਸੁਣੋ। मैं सुनागा, मैं कहना सुनागा, तुम मेरे को टाइम लैके आए, तुम आए हो फिर मैं तुम बुला लिया। उस दिन भी तुम थले गया कि सोमवार बंदी नहीं आया, मंगलवार मेरे को किसी का टाइम दिया मैंने मनप्रीत सिंह ने किया है कि किसने किया, किसने मनप्रीत सिंह ने किया, किया कौन है मनप्रीत सिंह? ਤੁਹਾਨੂੰ ਜਾਣਦਾ मैं नहीं जानता, मैं तो सारी दिल्ली जान दी है। तुम मेरे को कोई टाइम लिया, तुम थले बैठ के प्रेस सुनो मेरी गल, प्रेस को कहते जाओ बल्लिया जाया नहीं, तुम मेरे को आज टाइम दिया। 35 ਸਾਲ ਤੋਂ ਆ ਰਹੇ ਹਾਂ ਤੁਸੀਂ ਖੁਦ ਕਿਹਾ 3 3:30 ਵਜੇ ਮੈਂ ਤੁਸੀਂ ਜਦੋਂ ਤੁਹਾਡਾ ਮੈਂ ਇੰਟਰਵਿਊ ਲਿੱਤਾ ਤੁਸੀਂ ਖੁਦ ਕਿਹਾ ਹੈਗਾ ਵੀ 3 3:30 ਮਿਲਾਂਗਾ, ਤੁਸੀਂ ਕਿਹਾ ਮੈਂ ਤੁਹਾਨੂੰ ਆਰਡਰ ਦੀ ਕਾਪੀ ਦਿਖਾਵਾਂਗਾ, ਮੈਂ ਕਿਹਾ ਮੈਂ 3 ਵਜੇ ਤੁਹਾਡੇ ਕੋਲ ਪਹੁੰਚਾਂ। ਸਰ ਅਸੀਂ 35 ਸਾਲ ਤੋਂ ਆ ਰਹੇ ਹਾਂ, ਗਵਰਨਰ ਪਾਰਟੀ permission ਦੀ ਨਹੀਂ ਲਈ ਮੀਟਿੰਗ ਤੋਂ ਬਾਅਦ ਗੱਲ ਕਰਾਂਗੇ। ਮੈਂ ਤੁਹਾਨੂੰ ਇਹ ਕਹਿਣਾ ਗਵਰਨਰ ਪਾਰਟੀ ਦੀ ਮੀਟਿੰਗ ਤੋਂ ਤੁਹਾਡੇ ਨਾਲ ਮਿਲਾਂ। ਮੇਨ ਗੱਲ ਜਿਹੜਾ ਹੁਣ ਤੁਸੀਂ ਉਸ ਵੇਲੇ ਇਹ ਵੀ ਮੈਂਸ਼ਨ ਕੀਤਾ ਹੈ ਕਿ ਅਗਰ ਮੈਂ ਲੇਟ ਹੋਵਾਂਗਾ ਤੇ 4 ਵਜੇ ਤੱਕ ਤੁਸੀਂ ਮੇਰੀ ਵੇਟ ਕਰੋਗੇ, ਇਹ ਚੀਜ਼ ਮੈਂਸ਼ਨ ਕੀਤੀ ਹੈ ਜਦੋਂ ਤੁਸੀਂ। ਮੀਟਿੰਗ ਚੱਲ ਰਹੀ ਹੈ ਤੁਸੀਂ ਵੇਟ ਕਰਨਾ। ਮਨਪ੍ਰੀਤ ਜਿਹੜਾ ਇਹ ਨੋਟਿਸ ਇਸ਼ੂ ਕੀਤਾ ਨਾ ਮੈਂ ਜਹਾਜ਼ ਇੰਪਲਾਈ ਪੰਜਾਬੀ ਸਿੱਖ ਲੈ 3 ਮਹੀਨੇ ਚ ਔਰ 6 ਮਹੀਨੇ ਚ ਲਿਖਣੀ ਸੀ, ਹੁਣ ਨੋਟਿਸ ਦੀ ਕਾਪੀ ਦੇ ਸਾਡੀ ਗੱਲ ਦਾ ਜਵਾਬ ਦਿਓ ਬਈ ਫਿਰ ਇੱਕ ਇੱਕ ਕਰਕੇ ਬੋਲੋ ਚਾਰੋਂ ਅਗਰ ਤੁਸੀਂ ਕਹਿ ਰਹੇ ਹੋ ਅਸੀਂ ਐਮਸੀਡੀ ਕੋਲੋਂ ਮੰਗਿਆ ਕਿ ਕਿਹੜੇ ਸਕੂਲਾਂ ਭੇਜੀਏ, ਅਗਰ ਉਹ ਤੁਹਾਨੂੰ ਨਹੀਂ ਲਿਖ ਕੇ ਦੇਣਗੇ ਤਾਂ ਮਤਲਬ ਸਾਡੇ ਨੌਕਰੀਆਂ ਕੱਢੋ। ਨਹੀਂ ਇਹ ਤਾਂ ਅੱਗੇ ਤੇ ਕਦੀ ਇਹੋ ਜਿਹੀ ਡਿਮਾਂਡ ਨਹੀਂ ਹੋਏਗੀ, ਇਹ ਸਾਨੂੰ ਲੈਟਰ ਦਿੰਦੇ ਨੇ, ਅਸੀਂ ਜਾ ਕੇ ਐਚਐਮ ਨੂੰ ਦਿੰਦੇ ਹਾਂ, ਉਹ ਸਾਨੂੰ ਜੁਆਇਨ ਕਰਵਾ ਲੈਂਦੀ ਹੈ ਆਪਣੇ ਆਪਣੇ ਜੋ ਐਡਰੈਸ ਤੇ ਕਦੀ ਪਹਿਲੀ ਵਾਰ ਸੁਣਿਆ ਜੇ ਉਹ ਲਿਖ ਕੇ ਦੇਗਾ, ਮੇਲ ਲਿਖ ਕੇ ਦੇਗਾ ਜੀ ਤਾਂ ਤੁਹਾਨੂੰ
ਐਜੂਕੇਸ਼ਨ ਅਫਸਰ ਨੂੰ ਮਿਲ ਲਓ ਐਸਾ ਕਦੇ ਨਹੀਂ ਸੁਣਿਆ ਸੀ ਅੱਗੇ ਕੋਲ ਦੱਸ ਅੱਗੇ ਕਿਤੇ ਕੋਲ ਲਗਾ ਦੇ ਦੋ ਅੱਗੇ ਕਿਤੇ ਕੋਲ ਲਗਾ ਦੇ ਸਾਨੂੰ ਪੰਜਾਬੀ ਅਕੈਡਮੀ 5 ਫਾਰਮ ਦਿੰਦੀ ਸੀ ਜੀ, ਜਿਹਦੇ ਚ 2 ਆਪਣਾ ਹਿੰਦੀ ਦਾ ਹੁੰਦਾ ਸੀ, 3 ਪੰਜਾਬੀ ਦਾ। ਹਿੰਦੀ ਵਾਲਾ ਅਸੀਂ ਸਕੂਲ ਵਿੱਚ ਜਮ੍ਹਾਂ ਕਰਵਾਉਂਦੇ ਸੀ, ਐਚਐਮ ਕਹਿੰਦੀ ਸੀ ਮੈਂ ਉਹ ਆਪਣੇ ਰਿਕਾਰਡ ਹੀ ਚੱਕ ਲੈਂਦੀ ਸੀ ਵੀ ਤੁਸੀਂ ਜੁਆਇਨ ਕਰ ਲਓ, ਫੋਟੋ ਲੱਗੀ ਹੁੰਦੀ ਸੀ ਉਹਦੀ, ਇੱਕ ਕਾਪੀ ਅਸੀਂ ਜੁਆਇਨਿੰਗ ਦੀ ਅਕੈਡਮੀ ਜਮ੍ਹਾਂ ਕਰਾਉਂਦੇ ਸੀ। ਹਾਂ ਜੀ, ਇੱਕ ਮਿੰਟ। ਹੁਣ ਤੁਸੀਂ ਇਹ ਕਹਿ ਰਹੇ ਹੋ ਕਿ ਉਹ ਤੁਹਾਨੂੰ ਮਤਲਬ ਕਿ ਪਹਿਲੇ ਐਮਸੀਡੀ ਦੇ ਉਹ ਜਿਹੜੇ ਮੇਅਰ ਲਿਖ ਕੇ ਦੇਣਗੇ, ਅਗਰ ਉਹ ਨਹੀਂ ਲਿਖ ਕੇ ਦੇਣਗੇ ਇਸ ਦਾ ਮਤਲਬ ਸਾਡੀ ਨੌਕਰੀ ਖਤਮ ਹੈ। ਕਾਪੀ ਆਪੀ ਜਿਹੜੀ ਭੇਜੀ ਜਾਂਦੀ ਹੈ ਲਿਖ ਕੇ ਐਜੂਕੇਸ਼ਨ ਅਫਸਰ ਦੇਗਾ। ਅਸੀਂ ਤਾਂ ਪਿਛਲੇ 35 ਸਾਲਾਂ ਤੋਂ ਸਿਰਫ ਇਹਨੇ ਜਿਹੜੇ ਹਾਂ ਲਿਆ ਨਹੀਂ ਹੈਗਾ ਜੀ 35 ਇਅਰਸ ਹੋ ਗਏ ਨੇ ਸਾਨੂੰ ਵੀ ਲੱਗੇ ਹੋਏ ਆ। ਅਗਰ ਪਿਛਲੀ 35 ਸਾਲ ਤੋਂ ਗਲਤ ਗੱਲ ਹੋ ਰਹੀ ਹੈ ਤਾਂ ਹੁਣ ਨਹੀਂ ਤੇ ਇਹ ਤਾਂ ਕੋਈ ਗੱਲ ਨਹੀਂ। ਸਾਡਾ ਵੀਰ ਜੀ ਨੇ ਹੈਗਾ ਵੇ ਬੁਢਾਪਾ ਹੈਗਾ ਤਾਂ ਹੁਣ ਸਾਡੇ ਲਈ ਨਵੀਆਂ ਡਿਮਾਂਡਾਂ ਹੋ ਗਈਆਂ ਨੇ ਜੀ ਇਹ ਕਰਨਾ ਉਹ ਕਰਨਾ। ਡਿਮਾਂਡ ਸਾਰਿਆਂ ਲਈ ਹੈ। ਇਹ ਪਹਿਲੀ ਵਾਰ ਸੁਣਿਆ ਸਰ। ਸਕੂਲ ਬੱਚੇ ਸਾਡੀ ਪੰਜਾਬੀ ਏਜ ਪੜ੍ਹਦੇ ਸਾਡੀ ਏਜ ਦੇਖੋ, ਅਸੀਂ ਜਦੋਂ ਲੱਗੇ ਸੀ 87 ਦੇ ਮੈਨੂੰ ਪਤਾ 87 ਸਾਲ ਦੇ ਹੈਗੇ 87 ਸਾਲ ਚ ਲੱਗੇ ਮੇਰੇ ਕੋਲ ਤੇ ਅੱਜ ਸਾਡੇ ਕੋਲ ਕੋਈ ਆਪਸ਼ਨ ਹੀ ਨਹੀਂ ਸਾਲ ਦਾ ਜਿਹੜਾ ਹੈ। ਤੁਹਾਡੇ ਇੰਸਟ੍ਰਕਟਰ ਸਾਹਿਬ ਉਹਨਾਂ ਦੀਆਂ ਮੈਂ ਉਹ ਦੇਖ ਲਈਆਂ ਨੇ ਤੁਹਾਡੀਆਂ ਰਿਪੋਰਟਾਂ ਸਾਡੇ ਕੋਲ ਆਪਸ਼ਨ ਵੀ ਸਾਨੂੰ ਇਹ ਨਹੀਂ ਪਤਾ ਕਿ ਆਪਸ਼ਨ ਇਹ ਅਕੈਡਮੀ ਤੋਂ ਆਪਸ਼ਨ ਸਾਈਨ ਮੈਂ ਕਰਵਾਉਣੀ ਤੁਹਾਨੂੰ ਇਹ ਹੈ। ਦੇ ਦਿੱਤੀ ਹੈ ਨਾ ਲਿਖਣ ਸੁਣ ਲਓ। ਆਪਸ਼ਨ ਇਹ ਦੇ ਦਿੱਤੀ ਹੈ ਕਿ ਮੈਨੂੰ ਜਿਹੜੀ ਰਿਪੋਰਟ ਆਏਗੀ ਉਹਦਾ ਨੀਅਰ ਬਾਈ ਸਕੂਲ ਜਿਸ ਟੀਚਰ ਦਾ ਹੋਏਗੀ ਉਹਨੂੰ ਨੀਅਰ ਬਾਈ ਸਕੂਲ ਮੈਂ ਲਗਾਵਾਂ। ਸੁਣੋ ਮੇਰੀ ਗੱਲ, ਉਹ ਦੇਣਗੇ ਉਹ ਦੇਣਗੇ ਹੀ ਦੇਣਗੇ ਨਹੀਂ ਦੇਣਗੇ। ਅਗਰ ਨਹੀਂ ਦੇਣਗੇ ਉਹ ਤਾਂ ਕਹਿਣਗੇ ਨਹੀਂ ਦੇਣਗੇ। ਤੁਹਾਡੇ ਕੋਲ ਉਹ ਡਿਮਾਂਡ ਆਏਗੀ ਬੱਚੇ ਪ੍ਰਪੇਅਰ ਕੀਤਾ ਸਕੂਲ ਦਾ ਖਾਣਾ ਹੁੰਦਾ ਸੀ ਫਿਰ ਜੇ ਉਹ ਸਕੂਲ ਦੀ ਡਿਮਾਂਡ ਦੇਣਗੇ ਤਾਂ ਮੈਨੂੰ ਕੌਣ ਡਿਮਾਂਡ ਦੇਗਾ? ਕੋਈ ਨਹੀਂ ਚਾਹੁੰਦਾ ਨਹੀਂ ਸਾਡੇ ਲੋਕਾਂ ਦੀ ਉੱਦਮ ਹੈ ਅਸੀਂ ਪੰਜਾਬੀ ਪੜ੍ਹਾ ਰਹੇ ਹਾਂ ਬੱਚਿਆਂ ਨੂੰ ਅਟੈਚ ਕਰ ਰਹੇ ਹਾਂ ਪੰਜਾਬੀ ਅਗਰ ਨਾਲ। ਉਹ ਡਿਮਾਂਡ ਨਹੀਂ ਦੇਗਾ ਤਾਂ ਕੌਣ ਦੇਗਾ? ਮੇਰੇ ਸਕੂਲ ਭੇਜ ਦਿਓ। ਮੈਂ ਆਪਕੇ ਨਾਲ ਤੁਹਾਨੂੰ ਤਨਖਾਹ ਵੀ ਤੇ ਦੇਣੀ ਹੈ ਨਾ। ਜਿੱਥੇ ਇਹਨੇ ਸਭ ਤੋਂ ਲੱਗੇ ਹੋਏ ਕੋਈ ਸਕੂਲ ਦੇਗਾ ਰਿਟਾਇਰਮੈਂਟ ਦਾ ਸਵਾਲ ਹੀ ਨਹੀਂ। ਤੁਹਾਡਾ ਵੀ ਕੰਟੈਕਟ ਸੁਣ ਲਓ ਮੇਰੀ ਗੱਲ। ਸਾਨੂੰ ਤਾਂ 33 ਸਾਲ ਹੋ ਗਏ ਨੇ ਮੈਡਮ 33 ਸਾਲ ਹੋ ਗਏ ਨੇ। ਹਰਜੀਤ ਕੌਰ ਜੀ ਸੁਣੋ ਮੇਰੀ ਗੱਲ। ਇਹ ਸਾਰੀਆਂ ਗੱਲਾਂ ਦਾ ਤੁਸੀਂ ਆਪ ਪੈਦਾ ਕਰੋ। ਸੁਣ ਲਓ ਮੇਰੀ ਗੱਲ। ਜਦੋਂ ਤੁਸੀਂ ਇਹ ਕਰਕੇ ਵੀ ਉਹਨਾਂ ਗੱਲਾਂ ਜਿਨ੍ਹਾਂ ਕਰਦੇ ਗੱਲਾਂ ਪੈਦਾ ਹੋ ਆਫਟਰ ਆਲ ਕੋਈ ਤੇ ਮੈਂ ਲਿਖ ਕੇ ਦੇਗਾ ਮੇਰੇ ਸਕੂਲ ਪੰਜਾਬੀ ਪੜਾਓ। ਸਕੂਲ ਦਾ ਮਾਲਕ ਕੌਣ ਹੈ ਤੁਹਾਨੂੰ ਸੁਣੋ। ਬੋਲ ਰਹੇ ਹੋ ਨਹੀਂ ਇਹ ਤਾਂ ਨਹੀਂ ਕੁਐਸਚਨ ਦਾ ਮਤਲਬ ਇਹ ਹੋਏਗਾ ਨਹੀਂ ਤਾਂ ਮਤਲਬ ਤੇ ਨਾ ਹੈ ਇਹ ਇੰਪੋਸੀਬਲ ਹੈ। ਨਵੀਆਂ ਗੱਲਾਂ ਉਹਨਾਂ ਨੂੰ ਆ ਰਹੀਆਂ ਨੇ ਅੱਜ ਤੱਕ ਤਾਂ ਕਦੀ ਸੁਣਿਆ ਨਹੀਂ ਹੈਗਾ। ਹਮੇਸ਼ਾ ਹੀ ਮੈਸੇਜ ਆਉਂਦਾ ਆਪਣੇ ਲੈਟਰ ਚ। ਸਾਡੇ ਸਕੂਲ ਚ ਬੱਚੇ ਤਿਆਰ ਕੀਤੇ ਹੋਏ ਨੇ ਬੋਲੋ ਬਾਕੀਆਂ ਚੁੱਪ ਕਰਾ। ਜਿਸ ਟਾਈਮ ਅਸੀਂ ਲੱਗੇ ਸੀ ਨਾ ਉਸ ਟਾਈਮ ਡਿਮਾਂਡ ਲੈਟਰ ਸਿਰਫ ਪ੍ਰਿੰਸੀਪਲ ਦੀ ਸੀ, ਕੋਈ ਇਹ ਨਹੀਂ ਸੀ ਕਿ ਆਪ ਉੱਥੋਂ ਲੈ ਕੇ ਆਓ ਜ਼ੋਨ ਤੋਂ ਲੈ ਕੇ ਆਓ। ਪ੍ਰਿੰਸੀਪਲ ਲਿਖ ਦਿੰਦੀ ਸੀ ਬਈ ਸਕੂਲ ਵਿੱਚ ਲਗਭਗ 30 ਬੱਚੇ ਆਉਣ ਉਹਨਾਂ ਦੇ ਪੰਜਾਬੀ ਟੀਚਰ ਪ੍ਰੋਵਾਈਡ ਕਰੋ। ਇੱਕ ਮਿੰਟ ਸੁਣੋ ਮੇਰੀ ਗੱਲ। ਹਾਂਜੀ ਕੋਈ ਪ੍ਰਿੰਸੀਪਲ ਆਪਣੇ ਸਕੂਲ ਦਾ ਜਿਹੜਾ ਉਹਦਾ Letter head। ਜਨਰਲ ਅਫਸਰ ਸਭ ਗੱਲ ਸਾਈਨ ਲਗਵਾ ਦਿੰਦੇ ਆ ਯਾਰ ਸੁਣਨ ਦੀ ਗੱਲ ਕਰਦੇ ਤਿੰਨ ਨਹੀਂ ਹੋ ਗਿਆ ਨਾ ਇੱਕ ਇੱਕ ਕਰਕੇ ਬੋਲੋ, ਇੱਕ ਇੱਕ ਕਰਕੇ ਹਾਂਜੀ ਬੋਲੋ। ਬੋਲੋ। ਕੋਈ ਪ੍ਰਿੰਸੀਪਲ ਆਪਣੇ ਜਿਹੜਾ ਜੂਨਲ ਹੈ ਉਹਨੂੰ ਲਿਖ ਕੇ ਦੇ ਦੇ ਮੇਰੇ ਸਕੂਲ ਪੰਜਾਬੀ ਵਾਲੇ ਆ ਨੂੰ ਦਿੱਤੇ ਤੇ ਹੋਏ ਨੇ। ਹਾਂ ਦਿੱਤੇ ਤੇ ਹੋਏ ਨੇ ਵੀਰ ਜੀ। ਤੁਹਾਡੇ ਲਿਖਿਆ ਨਹੀਂ ਗੱਲ ਜਾਓ ਤੇ ਲਿਖਿਆ ਸਰ ਤੁਸੀਂ ਸਾਨੂੰ ਲਿਖ ਕੇ ਦੇ ਦਿਓ ਅਸੀਂ ਡਿਮਾਂਡ ਲੈਟਰ ਬਣਾ ਲੈਂਦੇ ਸਾਰਾ ਤਾਂ ਸਾਥ ਮਨਾ ਵਾਲੀ ਗੱਲ ਮੈਂ ਹੈ। ਉਹਨਾਂ ਕੋਲੋਂ ਕੋਈ ਇੰਨਾ ਵੱਡਾ ਕੋਈ ਨਹੀਂ ਸਰ 6500 ਰੁਪਏ ਦਿੰਦੇ ਇਹਨੇ ਦੋ ਕਿ ਆਪਣੇ ਪ੍ਰਿੰਸੀਪਲ ਕੋਲੋਂ ਡਿਮਾਂਡ ਲੈਟਰ ਲਗਵਾ ਦਿਓ। ਪ੍ਰਿੰਸੀਪਲ ਕੋਲੋਂ ਨਹੀਂ ਨਹੀਂ ਉਹ ਆਪਣੇ ਜ਼ੋਨ ਤੋਂ ਲਗਵਾ ਕੇ ਦੇਣਗੇ ਸਾਨੂੰ। ਕੋਈ ਨਹੀਂ ਦਿੰਦਾ ਦੇਣਗੇ ਮੈਂ ਇਹ ਦੇ ਦੂੰ ਇਹ ਮੈਂ ਲਿਖ ਕੇ ਦੇ ਦੂੰ ਪ੍ਰਿੰਸੀਪਲ ਦਾ ਵੀ ਜੁਆਇਨ ਕਰਾ ਲਈਏ ਤੇ ਕਰਾਏ ਨਾ ਜੀ। ਸਾਡਾ ਜੋ ਸਿਸਟਮ ਚੱਲ ਰਿਹਾ ਪਿਛਲੇ ਸਾਲਾਂ ਤੋਂ ਹੁਣ ਨਾ ਕਿਉਂ ਮੈਂ ਪ੍ਰਿੰਸੀਪਲ ਦਾ ਨਹੀਂ ਮੰਨਦਾ। ਸਰ ਮੈਨੂੰ ਐਜੂਕੇਸ਼ਨ ਅਫਸਰ ਨਹੀਂ ਸਾਹਬ ਹੈ ਸਾਡੇ ਨਾਲ ਬੇਇਨਸਾਫੀ ਹੋ ਰਹੀ ਹੈ। ਬੇਇਨਸਾਫੀ ਹੋ ਰਹੀ ਹੈ ਬਹੁਤ। ਵੀਰ ਜੀ ਇਹ ਨਾ ਜਿਹੜੇ ਸਕੂਲ ਦੇ ਵਿੱਚ ਜਿਹੜੇ ਸਾਡੇ ਐਸਆਈ ਆਉਂਦੇ ਨੇ ਨਾ ਸਕੂਲ ਦੇ ਕਾਰਪੋਰੇਸ਼ਨ ਦੇ ਵੀ ਔਰ ਉਹਨਾਂ ਦੇ ਜਰਨਲ ਦੇ ਵਿੱਚ ਵੀ ਇਹਨਾਂ ਦੇ ਜਿਹੜੇ ਆਉਂਦੇ ਨੇ ਉਹ ਸਾਡੀ ਕਾਪੀ ਲੈ ਕੇ ਮੇਰੇ ਉੱਤੇ ਸਾਈਨ ਹੋਏ ਹੋਏ ਮੇਰੀ ਹਰ ਫੀਲ ਸਾਈਨ ਮੇਰੀ ਗੱਲ ਸੁਣ ਲਓ ਨਾ। ਹਾਂਜੀ ਵੀਰ ਜੀ। ਜਰਾ ਇੱਕ ਮਿੰਟ ਚੁੱਪ ਕਰੋ ਨਾ ਜੀ ਉਹਨਾਂ ਨੂੰ ਜਵਾਬ ਦੇ ਦਿਓ। ਹਾਂਜੀ ਵੀਰ ਜੀ। ਤੁਸੀਂ ਇਹੀ ਗੱਲ ਉਹਨਾਂ ਨੂੰ ਕਹੋ ਹਾਂਜੀ ਪ੍ਰਿੰਸੀਪਲ ਨੂੰ ਜਾਂ ਐਸਆਈ ਨੂੰ ਹਾਂਜੀ ਕਿ ਤੁਹਾਡਾ ਜਿਹੜਾ ਜਰਨਲ ਅਫਸਰ ਯੈਸ ਉਹ ਲਿਖਦੇ ਕਿ ਮੇਰੇ ਅੰਦਰ ਇਹ ਸੋਚ ਹੈ। ਤੁਸੀਂ ਸਾਨੂੰ ਜਰਨਲ ਉਸ ਇੱਕ ਦਾ ਨਾਮ ਮਿੰਟ ਦੱਸ ਸੁਣ ਦਿਓ। ਲਓ ਨਾ ਸੁਣ ਲਓ ਤੁਸੀਂ ਗੱਲ ਕਰ
ਇੱਕ ਮਿੰਟ ਚੁੱਪ ਕਰੋ, ਇਹਨਾਂ ਦੀ ਗੱਲ ਠੀਕ ਹੈ। ਯੈਸ ਯੈਸ ਮੇਰੇ ਅੰਦਰ ਉਹ ਲਿਖਦੇ, ਮੇਰੇ ਅੰਦਰ ਇਹ ਸਕੂਲ 100 ਸਕੂਲ ਨੇ। ਹਾਂਜੀ ਸਕੂਲਾਂ ਚੋਂ ਇਹ 15 ਸਕੂਲਾਂ 'ਚ ਪੰਜਾਬੀ ਪੜ੍ਹਨ ਵਾਲੇ ਬੱਚੇ ਜਿਹੜੇ ਨੇ ਇੱਕ ਕਲਾਸ 'ਚ 6-7 ਉੱਤੇ ਨੇ, ਟੋਟਲ ਸਕੂਲ 15 ਤੋਂ ਉੱਤੇ ਆ। ਹਾਂਜੀ ਜੀ ਤੇ ਮੈਂ ਉਸ ਸਕੂਲ 'ਚ ਟੀਚਰ ਫਾਈਟ ਕਰਾਂਗਾ। ਨਹੀਂ ਵੀਰ ਜੀ ਇੱਕ ਮਿੰਟ ਜੀ ਭਾਈ ਮੈਂ ਮਿਨੀਮਮ ਦੀ ਗੱਲ ਕਰ ਰਿਹਾ, ਮੈਕਸਿਮਮ ਦੀ ਗੱਲ ਨਹੀਂ ਕਰ ਮੈਕਸਿਮਮ ਤਾਂ ਜਿਤਨੇ ਮਰਜ਼ੀ ਹੋ ਮਿਨੀਮਮ 6 ਬੱਚੇ ਚਾਹੀਦੇ ਨੇ ਇੱਕ ਕਲਾਸ 'ਚ। ਹਾਂਜੀ ਹਾਂਜੀ ਠੀਕ ਹੈ ਜੀ। ਹਾਂਜੀ ਇੱਕ ਕਲਾਸ 'ਚ 6 ਬੱਚੇ ਆਏ ਨੇ ਔਰ ਟੋਟਲ ਸਕੂਲ ਮੇਰੇ 15 ਤੋਂ ਉੱਚੇ ਬੱਚੇ ਪੜ੍ਹਨਾ ਚਾਹੁੰਦੇ ਨੇ ਪੰਜਾਬ। ਹਾਂਜੀ ਇੱਕ ਕਲਾਸ ਦੀ ਗੱਲ ਨਹੀਂ ਕਰ ਰਿਹਾ, ਮੈਕਸਿਮਮ ਦੀ ਗੱਲ ਨਹੀਂ ਕਰ ਰਿਹਾ, ਮਿਨੀਮਮ ਦੀ ਗੱਲ। Total, 6 ਬੱਚੇ ਤੇ ਚਾਹੀਦੇ ਨਾ ਇੱਕ ਠੀਕ ਹੈ ਕਲਾਸ ਜੀ, 'ਚ। ਠੀਕ ਹੈ। ਮਿਨੀਮਮ 6 ਬੱਚੇ ਇੱਕ ਕਲਾਸ 'ਚ ਆਏ ਨੇ। ਹਾਂਜੀ ਮੈਕਸਿਮਮ ਮੇਰੇ ਜਿਹੜੇ ਮਿਨੀਮਮ 15 ਤੋਂ ਵੱਧ ਬੱਚੇ ਸਕੂਲ 'ਚ ਆਏ ਨੇ ਜਿਹੜੇ ਪੰਜਾਬੀ ਪੜ੍ਹਨਾ ਚਾਹੁੰਦੇ ਨੇ। ਹਾਂਜੀ ਉਹ ਐਸਆਈ ਰਿਪੋਰਟ ਦੇ ਦੇਗਾ ਹਾਂਜੀ ਕਿੰਨੇ ਸਕੂਲਾਂ 'ਚ ਆਏ ਨੇ ਉਹਦੇ ਇਕੱਲੇ ਆਪਣਾ 10-15 ਸਕੂਲ 'ਤੇ ਆਉਂਦੇ ਨੇ। ਨਹੀਂ ਵੀਰ ਜੀ ਅਸੀਂ ਆਪਣੇ ਦੇ ਨਹੀਂ, ਨਹੀਂ, ਮੈਂ- ਉਹ ਸਾਰੇ ਸਕੂਲਾਂ ਦੀ ਨਹੀਂ ਦੇਣਗੇ। ਨਹੀਂ ਸਾਰੇ ਐਸਆਈ ਦੇ ਦਿੰਦੇ। ਨਹੀਂ ਸਾਨੂੰ ਉਹਨਾਂ ਦਾ ਗੱਲ ਨਹੀਂ, ਸਾਨੂੰ ਸੁਣ ਆਪਣਾ ਨਹੀਂ ਮਤਲਬ ਰਹੀ, ਸੁਣੋ ਹੈ ਪਹਿਲੇ। ਵੀਰ ਜੀ ਇਹ ਸਭ ਪਹਿਲੇ ਸਮਝੋ ਗੱਲ ਨੂੰ। ਉਹ ਐਸਆਈ ਜਾਂ ਜਿਹੜਾ ਸਕੂਲ ਦਾ ਜਨਰਲ ਹੈ ਉਹਨਾਂ ਦਾ ਉਹਦੇ ਕੋਲ ਲਿਖਾ ਕੇ ਮੈਨੂੰ ਸਕੂਲਾਂ ਦੇ ਨੰਬਰ ਦੇ। ਯੈਸ ਇਹ ਮੇਰੇ ਏਰੀਏ ਜਿਹੜੇ ਮੇਰੇ ਅੰਦਰ ਸਕੂਲ ਨੇ ਉਹਦੇ ਵਿੱਚ 30 ਸਕੂਲ ਨੇ ਮੰਨ ਲਓ ਉਹਦੇ ਕੋਲ ਟੋਟਲ 30 ਚੋਂ 15 ਸਕੂਲਾਂ 6 ਤੋਂ ਉੱਤੇ ਬੱਚੇ ਇੱਕ ਕਲਾਸ ਤੇ 15 ਤੋਂ ਉੱਤੇ ਬੱਚੇ ਸਕੂਲ ਪੰਜਾਬੀ ਪੜ੍ਹਦੇ। ਅੱਛਾ ਇੱਕ ਕੁਐਸਚਨ ਸਪੋਜ਼ ਨਹੀਂ ਕਰੋ ਨਹੀਂ ਇੱਕ ਮਿੰਟ ਸੁਣ ਲਓ ਮੇਰੀ ਗੱਲ ਹੁੰਦੀ। ਇਸ ਤੋਂ ਘੱਟ ਬੱਚੇ ਤਾਂ ਨਹੀਂ ਹੋ ਸਕਦੇ ਨਾ 6 ਤੋਂ ਘੱਟ। ਫਿਰ ਤੇ ਟੀਚਰ ਨਹੀਂ ਨਾ ਦੇ। ਹਾਂਜੀ ਹਾਂਜੀ ਉਹ ਸਕੂਲ ਦੇ ਵਿੱਚ 5 ਕਲਾਸਾਂ ਨੇ, ਹਾਂਜੀ ਪਹਿਲੀ ਦੂਜੀ ਤੀਜੀ ਚੌਥੀ ਪੰਜਵੀਂ। ਹਾਂਜੀ ਪਹਿਲੀ ਤੇ ਕੋ ਪੜਦਾ ਹੀ ਹੁੰਦਾ ਉਸ ਤੋਂ ਬਾਅਦ ਤੀਸਰੀ ਕਲਾਸ ਤੀਸਰੀ ਹਰ ਬੋਲ ਕੇ ਤੁਹਾਨੂੰ ਬਣਾ ਭਾਈ ਇੱਕ ਮਿੰਟ ਨਾਲ ਗੱਲ ਕਰ ਦਿਓ, ਹਾਂ, ਠੀਕ ਹੈ। ਤੁਸੀਂ ਉਹਨੂੰ ਸੁਣੋ। ਠੀਕ ਫਿਰ ਕੋਈ ਗਲਤ ਗੱਲ ਹੋਏ ਫਿਰ ਹਾਂ ਤੀਸਰੀ ਤੋਂ ਉੱਤੇ ਹਾਂਜੀ ਪੰਜਵੀਂ ਤੱਕ ਹਾਂਜੀ ਟੋਟਲ 15 ਬੱਚੇ ਹੋ, ਹਾਂਜੀ। ਇੱਕ ਕਲਾਸ ਦੇ 6 ਬੱਚੇ ਹੋ। ਜੀ ਫਿਰ ਮੈਂ ਟੀਚਰ ਉੱਤੇ ਕਿਧਰੋਂ ਭੇਜਾਂ, ਤੁਹਾਡੇ ਵੀ ਭੇਜਾਂਗਾ, ਮੈਂ ਸਭ ਤੋਂ ਪਹਿਲਾਂ ਨਹੀਂ। ਅੱਛਾ ਪਲੀਜ਼ ਸੁਣੋ ਜੇ ਸਪੋਜ਼ ਕਰੋ ਉਹ ਕਹਿੰਦੇ 15 ਸਕੂਲਾਂ ਦੇ ਵਿੱਚ ਪੰਜਾਬੀ ਨਹੀਂ ਬੱਚੇ ਹੈਗੇ ਤੇ ਤਾਂ ਸਾਡਾ ਕੰਮ ਨਹੀਂ ਹੋਏਗਾ। ਜੇ ਮੇਰੇ ਸਕੂਲ 'ਚ ਹੈਗੇ ਦੂਸਰੇ ਸਕੂਲ 'ਚ ਨਹੀਂ ਕੋਈ ਲਾਈਕ ਕਰਦਾ ਤੇ ਉੱਥੇ ਉਰਦੂ ਲੈਂਦਾ ਜਾਂ ਕੋਈ ਛੋੜ ਲੈਂਦਾ ਤੇ ਨਹੀਂ ਲਏਗਾ ਤੇ ਉਹ ਫਿਰ 15 ਤੁਹਾਡਾ ਟੋਟਲ ਇੱਕ ਮਿੰਟ ਸੁਣੋ ਭੈਣ ਜੀ, ਸੁਣੋ ਮੈਂ ਇਸ ਗੱਲ ਕਹੀ ਹੈ ਹਾਂਜੀ। ਐਡਮਿਨਿਸਟ੍ਰੇਸ਼ਨ ਦੀ ਗੱਲ ਹੀ ਸੁਣੀ। ਹਾਂਜੀ ਮੰਨ ਲਓ ਇੱਕ ਸਕੂਲ 'ਚ ਨਹੀਂ ਹੈਗੇ ਹਾਂਜੀ ਤੇ ਦੂਜੇ ਕਾਰਪੋਰੇਸ਼ਨ ਦੇ ਸਕੂਲ ਹਰ ਕਲੋਨੀ 4-4 5-5। ਵੀਰ ਜੀ ਐਸੀ ਥੋੜੀ ਸੁਣੋ ਪਹਿਲੇ ਮੇਰੀ ਗੱਲ ਸੁਣੋ। 4-4 5-5 ਸਕੂਲ ਹੈ ਨਾ ਹਰ ਸਕੂਲ। ਹਾਂਜੀ ਹਾਂਜੀ ਪੰਜਾਬ ਤੋਂ 3 ਸਕੂਲ ਤੇ ਕਹਿਣਗੇ ਪੰਜਾਬੀ ਦੇ ਕੋਈ ਬੱਚੇ ਆ, ਅੱਛਾ ਜੀ 2 ਸਕੂਲ ਤੇ ਕਹਿਣਗੇ। ਅੱਛਾ ਤੇ ਜੀ ਤੁਹਾਡੀ ਜਿਹੜਾ ਨੀਅਰੈਸਟ ਤੁਹਾਨੂੰ ਦੇਗਾ ਨੀਅਰੈਸਟ ਇਸ ਲਫ਼ਜ਼ ਨੂੰ ਦੁਬਾਰਾ ਸੁਣ ਲਓ ਮੇਰੇ, ਜਿਹੜਾ ਨੀਅਰੈਸਟ ਸਕੂਲ ਹੋਏਗਾ ਤੁਹਾਡੇ ਨੇੜੇ ਦੇ ਘਰ ਉਹ ਸਕੂਲ 'ਚ ਤੁਹਾਨੂੰ ਪਾਏਗਾ। ਨਹੀਂ ਤਾਂ ਸੁਣੋ ਨਾ ਜਦ ਇੱਥੇ ਅਸੀਂ ਲੱਗੇ ਹੋਏ ਆ ਕੋਈ ਸਾਡੇ ਪ੍ਰਿੰਸੀਪਲ ਇਹ ਕੋਈ ਜ਼ਰੂਰੀ ਨਹੀਂ ਉਹਦੇ ਚ ਅਗਰ ਉਹ ਸੁਣੋ ਇਹ ਮੇਰੀ ਗੱਲ, ਉਹ ਪ੍ਰਿੰਸੀਪਲ ਸਾਨੂੰ ਸ਼ਿਕਾਇਤ ਆਈ ਹੈ ਭਾਈ ਕੋਈ ਫਿਰ ਸੁਣ ਲਓ ਆਪ। ਪਹਿਲੇ ਮੈਨੂੰ ਗੱਲ ਕਰ ਲੈਂਦੇ ਉਹਦੇ ਨਾਲ ਇੱਕ ਚੀਜ਼ ਨੂੰ ਸਮਝਾ ਦਿਆਂਗਾ ਉਹ ਸਰ ਸਾਰਿਆਂ ਦਾ ਨਾਮ ਸਮਝੋ। ਆਟੇ ਨਾਲ ਘੁੰਮਣਾ ਨਹੀਂ ਇੱਕ ਸੁਣੋ ਇੱਕ ਮਿੰਟ ਸੁਣੋ। ਮਤਲਬ ਉਹ ਸਕੂਲ ਵਾਲੀ ਪ੍ਰਿੰਸੀਪਲ ਕਹਿ ਦਿੰਦੀ ਹੈ Yes. ਉਹ ਵੀ ਐਸਆਈ ਨੂੰ ਦੇ ਦੇਣੀ। ਜੀ ਠੀਕ ਹੈ ਠੀਕ ਹੈ ਜੀ ਹਾਂਜੀ ਉਹ ਫਿਰ ਤੋਂ ਉੱਥੇ ਹੋਈ ਜਾਏਗੀ। ਬਸ ਫਿਰ ਉਹ ਬਾਅਦ ਸਾਨੂੰ ਆਇਆ ਆਇਆ ਪਹਿਲਾਂ। ਤੁਸੀਂ ਸਾਨੂੰ ਜਵਾਨੀ ਫਿਰ ਤੁਸੀਂ ਉੱਥੇ ਐਸਆਈ ਨੂੰ ਕਹੋ। ਜੈਸ ਯੈਸ ਜਾਂ ਯੈਸ ਉਹ ਮੇਰਾ ਰਿਕਾਰਡ ਹੈ ਜੋ ਪੂਰੀ ਮੈਂ- ਗੱਲ ਸੁਣ ਲਓ ਪੂਰੀ ਗੱਲ ਸੁਣ ਲਓ ਮੈਂ ਤੁਹਾਡੀ ਪਰਸਨਲ ਗੱਲ ਨਹੀਂ ਕਰ ਪਰ ਕੋਈ ਜਿਸ ਤਰ੍ਹਾਂ ਐਸਆਈ ਵੀ ਆ ਰਹੀ ਹੈ ਨਾ। ਸੁਣੋ ਮੇਰੀ ਗੱਲ ਤਾਂ ਸੁਣ ਲਓ ਕੋਈ ਐਸਆਈ ਹਾਂਜੀ ਆਪਣੇ ਜਿਹੜਾ ਐਜੂਕੇਸ਼ਨ ਅਫਸਰ ਹੈ ਯੈਸ ਯੈਸ ਰੋਲ ਦਾ ਉਹਨੂੰ ਲਿਖ ਕੇ ਦੇ ਦਿੱਤੀ ਆ ਸਕੂਲ ਚਾਹੀਦੀ ਹਾਂਜੀ ਇਹਦੇ ਨਾਲ ਹੋਰ ਦੇ ਸਕੂਲ ਵੀ ਚਾਹੀਦੀ ਹੈ ਪੰਜਾਬੀ। ਨਹੀਂ ਉਹ ਦੂਸਰੇ ਸਕੂਲ ਦੇ ਨਹੀਂ ਲਿਖੇਗੀ ਮੇਰੀ ਬਹੁਤ ਸਟ੍ਰਿਕਟ ਹੈ ਪ੍ਰਿੰਸੀਪਲ ਐਸਆਈ ਤੇ ਸਾਰਿਆਂ ਦਾ ਲਿਖੇਗਾ ਨਾ। ਹਾਂ ਉਹ ਲਿਖਦੇ ਲਿਖੇ ਨਾ ਲਿਖੇ ਲੇਕਿਨ ਮੇਰਾ ਜ਼ਰੂਰੀ ਹੈ ਜਿਹੜੇ ਨਾ। ਸਕੂਲ ਦੇ ਅਗਰ ਤੁਹਾਡਾ ਸਕੂਲ ਵਿੱਚ ਉਹਦੇ ਵਿੱਚ ਆ ਜਾਏਗਾ ਤੁਹਾਨੂੰ ਉੱਥੇ ਹੀ ਪਾਰਟੀ ਕਰਦੇ ਨਹੀਂ ਮੈਂ ਤੇ ਦੋ ਹੀ ਸੰਭਾਲ ਲਈ ਦੋ ਸਾਲੀਆਂ ਦੇ ਪੜੀਆਂ ਵੀਰ ਜੀ। ਦੋ ਸਕੂਲਾਂ ਜਾਵਾਂਗੇ ਦੋ ਸਾਲੀਆਂ ਹੋਵੇਗਾ ਨਹੀਂ ਦੂਸਰੇ ਸਕੂਲਾਂ ਦੇ ਟੀਚਰ ਪਰ ਮੈਂ ਨਹੀਂ ਜੇ ਆਲਰੇਡੀ ਉੱਥੇ ਨਹੀਂ ਟੀਚਰ ਤਾਂ ਕਿਵੇਂ ਜੁਆਇਨ ਕਰ ਭਾਈ ਲੇਗੀ। ਇੱਕ ਮਿੰਟ ਸੁਣ ਲਓ ਇੱਕ ਮਿੰਟ ਸੁਣ ਲਓ। ਇੱਕ ਟੀਚਰ ਇੱਕ ਹੀ ਸਕੂਲ ਵਿੱਚ ਜਾਏ ਯੈਸ ਯੈਸ ਦੋ ਸਕੂਲਾਂ ਨੂੰ ਨਹੀਂ ਦਿਆ ਉਹ ਤਾਂ ਨਹੀਂ ਇੰਨੇ ਸਮਝਦਾਰ ਇੰਨੇ ਸਿਆਣੇ ਇੰਨੀ ਪਿਆਰੀ ਗੱਲ ਕਰ ਰਹੇ ਸੁਣ ਲਓ ਹਾਂ। ਮੇਰੀ ਗੱਲ। ਸਰ ਸਾਨੂੰ ਲੈ ਅਸੀਂ ਕੇ ਦੇ meeting ਦਿਓ ਦਿੱਤੇ ਭਾਈ ਇੱਕ ਮਿੰਟ ਕਰੋਗੇ ਕਿ ਨਹੀਂ ਕਿ ਜਿਹੜੀ ਸਮਝਾ ਦਿੰਦੇ ਉਹ ਕਨਫਰਮ ਨੂੰ ਸਮਝਾ ਦੇ। ਤੁਹਾਡਾ ਅਗਰ ਐਸਆਈ ਤੁਹਾਡੀ ਸਕੂਲ ਦੀ ਪ੍ਰਿੰਸੀਪਲ ਆਪਣੇ ਐਸਆਈ ਨੂੰ ਦੇ ਬਿਲਕੁਲ ਲਿਖੇ ਦੇਗਾ ਉਹ ਮੈਨੂੰ ਅਕੈਡਮੀ ਨੂੰ ਲਿਖ ਦੇਗਾ। ਸਰ ਸਾਰੇ ਪ੍ਰਿੰਸੀਪਲ ਇਹੋ ਮੈਂ ਸੁਣ ਲਓ ਨਾ ਜੀ ਉਹ ਅਕੈਡਮੀ ਨੂੰ ਚਿੱਠੀ ਲਿਖ ਦੇਗਾ ਮੈਂ ਤੁਹਾਨੂੰ ਉਸ ਸਕੂਲ ਚ ਪੁਆਇੰਟ ਕਰ ਦਿਆਂ। ਤੇ ਫਿਰ ਕਿਉਂ ਨਹੀਂ ਪਹਿਲਾਂ ਕਿਹਾ 4 ਮਹੀਨੇ ਜਦ ਤੱਕ ਮੈਨੂੰ ਆਏਗੀ ਨਹੀਂ ਚਿੱਠੀ ਦਾ ਕੀ ਕਰਾਂਗਾ। ਅਸੀਂ ਲੈ ਕੇ ਦਿੰਦੇ ਆ ਨਾ ਪ੍ਰਿੰਸੀਪਲ
ਲਿਆਓ ਤਾਂ ਮੈਂ ਇਹ ਚ ਚਲੋ ਬਹੁਤ ਪ੍ਰਿੰਸੀਪਲ ਦੇ ਕਹਿਣ ਤੇ ਸਾਰੇ ਐਸਾ ਤੁਸੀਂ ਲੈਟਰ ਲਾਓ, ਅਸੀਂ sign ਕਰਵਾ ਕੇ ਦਿੰਦੇ ਹਾਂ। ਸਾਰੇ ਐਸਾ ਨਹੀਂ ਲਿਖੇ ਇੱਕ ਦੂਜੇ ਦਾ ਮੂੰਹ ਦੇਖਾਂਗੇ, ਉਹ ਲਿਖ ਕੇ ਦੇਗਾ ਤਾਂ ਮੈਂ ਲਿਖ ਤੇਰੀ ਲਿਖ ਕੇ ਦੇਵੇ ਕੋਈ ਨਾ ਲਿਖ ਕੇ ਦੇਵੇ ਵੀਰ ਜੀ ਇਹ ਪਤਾ ਕੀ ਹੁੰਦਾ ਹੈ? ਤੁਹਾਨੂੰ ਇੱਕ ਗੱਲ ਸੁਣ ਹੁਣ ਨਾ ਇੱਕ ਮਿੰਟ ਗੱਲ ਦੇਖੋ ਕਿਸੇ ਵੀਰ ਇੱਕ ਨੂੰ ਜੀ ਲੈ ਕੇ ਨਾ ਚੱਲੋ ਘਰ ਦੇ ਵਿੱਚ ਦੁਸ਼ਮਣ ਹੁੰਦੇ ਨੇ ਨਾ ਕਈ ਲੋਕ ਨਾ ਜੇ ਐਸਾ ਹੀ ਇੱਕ ਮਿੰਟ ਸੁਣੋ ਕਈ ਅਗਰ ਨਹੀਂ ਉਹਨਾਂ ਦੀ ਗੱਲ ਕੀ ਨਾਮ ਕੀ ਹੈ ਤੁਹਾਡਾ? ਅਗਰ ਮੇਰਾ ਨਾਮ ਮਨਜੀਤ ਹੈ ਤੁਹਾਡੀ ਭੈਣ ਹੈ ਅੰਮ੍ਰਿਤਸਰ। ਅੰਮ੍ਰਿਤਸਰ ਅੰਮ੍ਰਿਤਸਰ ਨਹੀਂ ਹੈ ਅੱਛਾ ਛੱਤੀ ਕੋਈ ਪਾਪੜ ਲਿਆ ਕੇ ਤਾਂ ਮੈਂ ਜਾਣਾ ਅੰਮ੍ਰਿਤਸਰ 2 ਅੱਛਾ ਚਲੋ ਕੀ ਕਰਨਾ ਹੈ ਸੁਣ ਅੱਜ ਆਪਣੇ ਭੈਣ ਨੂੰ ਕਰੋ ਕੀ ਖਾਣਾ ਮੈਂ ਸਿਰ ਤੋਂ ਲੈ ਰਾ ਮੇਰੀ ਇੱਕ ਵਾਰ ਸੁਣੋ ਸਾਰੇ ਹਾਂ ਦੇਖੋ ਮੈਂ ਸੈਲਰੀ ਦੇਣੀ ਹੈ ਫਾਇਦਾ ਸਭ ਨੂੰ ਮਿਲਦਾ ਦੇ ਛੱਡੋ ਨਾ ਸਾਡੀ ਦਿਓ ਮੈਨੂੰ ਪ੍ਰੈਕਟੀਕਲ ਵਾਹ ਵਾਹ ਕੇ ਦਿੰਦੇ ਰਹੋ ਬੋਲੋਗੇ ਸੈਲਰੀ ਜੀ, ਦੇਣੀ ਇਹ ਹੈ ਗੱਲ- ਭਾਈ ਇੱਕ ਮਿੰਟ ਚੁੱਪ ਕਰੋਗੇ ਕਿ ਇਹ ਨਹੀਂ ਜੁਆਇਨਿੰਗ ਹੈ ਵੀਰ ਜੀ ਇੱਕ ਮਿੰਟ ਸੁਣੋਗੇ ਕਿ ਨਹੀਂ ਸੁਣੋਗੇ ਹਾਏ ਵੀਰ ਜੀ ਵੀਰ ਜੀ ਮੇਰੇ ਡੈਡੀ ਨੂੰ ਗੁੱਸਾ ਨਾ ਮਜ਼ਾ ਆਇਆ ਨਾ ਗੁੱਸਾ ਨੂੰ ਮੈਂ ਕਹਿੰਦਾ ਇਹ ਗੱਲ ਪੜ੍ਹ ਲੈ ਦਿਓ ਇੱਕ ਨੂੰ ਸਮਝਾ ਲੈਂਦੇ ਹੋ ਸਮਝ ਆ ਜਾਏ ਹਾਂ ਨਹੀਂ ਨਹੀਂ ਪੁਆਇੰਟ ਟਰੈਕ ਕਰ ਪੂਰਾ ਟਾਈਮ ਦਿਆਂਗਾ ਤੁਹਾਨੂੰ ਚੁੱਪ ਕਰ ਜਾਓ ਹਾਂ, ਬਿਲਕੁਲ। ਸਮੋਸੇ ਇਹ ਕੋਈ ਵੀਰ ਜੀ ਚਲੋ ਵਧੀਆ ਚਾਹ ਮਾਰ ਤੁਹਾਡਾ ਸਾਰਾ ਕੰਮ ਹੋ ਜਾਏ ਦੇਖੋ ਮੈਨੂੰ ਵਿੱਚ ਬੋਲਣਾ ਨਹੀਂ ਚਾਹੀਦਾ ਦੇਖੋ ਮੈਂ ਜਿੰਨੀ ਗੱਲ ਸਮਝ ਰਿਹਾ ਭੈਣ ਜੀ ਉਹ ਇੱਕ ਨਵਾਂ ਰੂਲ ਕਹਿ ਰਹੇ ਨੇ ਵੀ ਤੁਸੀਂ ਐਸਆਈ ਕੋਲੋਂ ਲਿਖਵਾ ਕੇ ਲਿਆਓ ਉਹ ਤੁਹਾਨੂੰ ਕਹਿ ਰਹੇ ਨੇ ਮੈਂ ਤੁਹਾਨੂੰ ਆਰਡਰ ਲਿਖ ਕੇ ਦੇ ਦੇਣਾ ਤੁਹਾਡੇ ਕੋਲ ਆਰਡਰ ਪ੍ਰਿੰਟਡ ਹੱਥ 'ਚ ਆ ਗਿਆ ਤੁਸੀਂ ਅੱਗੇ ਸਕੂਲ ਹੀ ਜਾ ਕੇ ਕਹੋ ਕਿ ਵੀ ਇਹ ਸਾਨੂੰ ਨਵਾਂ ਰੂਲ ਮਿਲਿਆ ਫੋਲੋ ਕਰੋ ਆਈਓ ਗੱਲ ਹੈ ਬੱਲੀ ਸਾਹਿਬ ਤੁਸੀਂ ਸਮਝ ਲਓ ਸਾਰਾ ਜੀ ਪ੍ਰਿੰਸੀਪਲ ਦੇ ਕਹਿਣ ਤੇ ਟੀਚਰ ਆਪਾਂ ਨਹੀਂ ਨਹੀਂ ਸਰ ਉਹ ਇੱਕ ਐਸਾ ਮਿੰਟ ਸੁਣ ਲਓ ਨਾ ਜੀ ਗੱਲ ਸੁਣਦੇ ਆ ਕਿ ਵਿੱਚ ਬੋਲੀ ਜਾਣਾ ਚੁੱਪ ਕਰੋ ਆਰਾਮ ਨਾਲ ਸੁਣੋ ਇੱਕ ਮਿੰਟ ਸੁਣੋ ਉਹਦੇ ਤੇ ਪਾਣੀ ਹੁੰਦੀ ਉਹਨਾਂ ਦੀ ਸਮਝ ਇੱਕ ਜਿਹੜਾ ਐਸਆਈ ਮੈਨੂੰ ਇਹਨਾਂ ਦਾ ਚਾਰ ਜੋਨਲ ਇੰਚਾਰਜ ਹੈ ਦਾ ਜ਼ੋਨ ਦਾ ਉਹ ਮੈਨੂੰ ਲਿਖਦੇ ਜਦ ਇਹਨਾਂ ਦੀ ਪ੍ਰਿੰਸੀਪਲ ਕਹਿ ਰਹੀ ਹੈ ਮੈਨੂੰ ਇਹ ਟੀਚਰ ਚਾਹੀਦੀ ਮੈਨੂੰ ਕੋਈ ਇਤਰਾਜ਼ ਨਹੀਂ ਬਿਲਕੁਲ ਲੇਕਿਨ ਮੈਨੂੰ ਜੋਨਲ ਇੰਚਾਰਜ ਲਿਖਦੇ ਕਿ ਐਸ ਮੇਰੇ ਸਕੂਲ ਪੰਜਾਬੀ ਟੀਚਰ ਦੀ ਤੁਸੀਂ ਇੱਕ ਲੈਟਰ ਇਹਨਾਂ ਨੂੰ ਇਸ਼ੂ ਕਰ ਦਿਓ ਜੀ ਮੈਨੂੰ ਜ਼ੋਨਲ ਇੰਸਪੈਕਟਰ ਦਾ ਅਪਰੂਵਲ ਚਾਹੀਦਾ ਤਦੀ ਤੇ ਦਿਖਾਣਗੇ ਕਹਿਣਗੇ ਮੈਂ ਨਾ ਇਹਨਾਂ ਨੂੰ ਨਹੀਂ ਟਾਈਮ ਦੇ ਕੈਮਰੇ ਨੂੰ ਆਫ ਕਰ ਦੇ ਸਰ ਮੇਰੇ ਕੋਲ ਜੀ ਐਂਡ ਫੜ ਟੀਚਰ ਨਹੀਂ ਠੀਕ ਹੈ ਉਹ ਉਹਨਾਂ ਦਾ ਜਿਹੜਾ ਪੇਪਰ ਦਾ ਇਸ਼ੂ ਹੈ ਮੈਂ ਸਮਝਦਾ ਜੋ ਪ੍ਰਾਈਵੇਸੀ ਉਹਨਾਂ ਦੀ ਹੈ ਉਹ ਪਬਲਿਕ ਨਹੀਂ ਕਰ ਸਕਦਾ ਨਹੀਂ ਕਰ ਨੋਰਮਲ ਟੀਚਰਾਂ ਵੱਲ ਦਾ ਬੱਚੇ ਪੜ੍ਹ ਰਹੇ ਨੇ ਇੱਧਰ ਆ ਜਾਓ ਮੇਰੇ ਕੋਲ ਮੈਂ ਤੁਹਾਨੂੰ ਸੀਕ੍ਰੇਟ ਦਿਖਾ ਜੀ ਇੱਕ ਮਿੰਟ ਇੱਕ ਇਸ਼ੂ ਪਾਰਟ ਟਾਈਮ ਪੰਜਾਬੀ ਲੈਂਗੁਏਜ ਟੀਚਰਸ ਠੀਕ ਹੈ ਇਹਨਾਂ ਨੂੰ ਨਾਲ ਹੀ ਲੱਗਿਆ ਦਿੱਤਾ ਨਾ ਸਾਰਾ ਹਾਂਜੀ ਆਰਡਰ ਕਰ ਦਿੱਤਾ ਹੈ ਕਦੋਂ ਨਹੀਂ ਉਹ ਅਗਸਤ ਜੇ ਤੇ ਆਪਾਂ ਨੂੰ ਮਿਲਦੀ ਹੈ ਨਾ ਜੁਆਇਨਿੰਗ ਤੇ ਬਾਹਰੋਂ ਪਾਸ ਹਾਂ ਜਿਹੜੀ ਉਹ ਪਿਛਲੀ ਵਾਰ ਇੱਕ ਮਿੰਟ ਰੁਕ ਜਾਓ ਸਾਰੇ ਠੀਕ ਹੈ ਤਿੰਨ ਦਿਨ ਐਮਪੀਡੀ ਇਹਨਾਂ ਨੂੰ ਮੈਨੂੰ ਇਹ ਭੇਜਣਾ ਫਿਰ ਇਹਨਾਂ ਦੀ ਸੈਲਰੀ ਦਾ ਵੀ ਮੈਂ ਮੰਗਵਾ ਲਿਆ ਇਹ ਜਿਹੜੀ ਇਹਨਾਂ ਦੀ ਬਾਤ ਹੈ ਇਹਨਾਂ ਗਲਤ ਭੈਣ ਜੀ 2 ਮਿੰਟ ਚੁੱਪ ਹੋ ਜਾਓ ਪਲੀਜ਼ ਇਹਨਾਂ ਨੂੰ ਅਸੀਂ ਅਸਿਸਟੈਂਟ ਟੀਚਰ ਨੂੰ ਦਿੰਦੇ ਹਾਂ 7600 ਜੀ ਦੂਜਿਆਂ ਨੂੰ ਜਿਹੜੀ ਹੈ ਜਿਨ੍ਹਾਂ ਕੋਲ ਐਜੂਕੇਸ਼ਨ ਹੈ ਬੇਸਿਕ ਕੀਤੀ ਦੀ ਹੈ ਉਹਨਾਂ ਨੂੰ ਦਿੰਦੇ ਹਾਂ 15000 493 ਜਿਹੜੀ TGT ਹੈ ਉਹਨੂੰ ਦਿੰਦੇ ਹਾਂ 52000 TGT ਨੂੰ ਦਿੰਦੇ ਹਾਂ 55 ਤੇ ਇਹ ਸੈਲਰੀ ਪੂਰੀ ਜਾਣ ਦੇ ਫਰਕ ਹੈ ਉਹ ਤੇ ਕਹਿੰਦੇ ਸਰ ਸਾਨੂੰ ਕੀ ਮਿਲਦਾ 500 ਰੁਪਏ ਤੁਹਾਨੂੰ ਮਿਲਦਾ 72-76 ਗੱਲ ਇਹ ਹੈ ਭੈਣ ਕਿੱਥੇ ਜੀ 55 ਕਿੱਥੇ ਗੱਲ ਇਹ ਹੈ ਸੁਣੋ ਮੇਰੀ ਗੱਲ ਇਹ ਕਾਰਪੋਰੇਸ਼ਨ ਵਾਲਾ ਉਹਦੇ ਤੇ ਵੀ ਇਹਨਾਂ ਲਵਾ ਰਹੇ ਹੋ ਇਹ ਜਰਾ ਜਿਹਾ ਬੇਟੇ ਇੱਕ ਮਿੰਟ ਆਫ ਕਰ ਮੇਰੀ ਗੱਲ। ਰੋਕ ਬੰਦ ਕਰ ਮੈਂ ਤੁਹਾਨੂੰ ਦੱਸ ਦਿੰਦਾ सुनो सर जी कहना चाह रहे हैं ਹੋਰ ਕਿਸੇ ਨੇ ਆਣਾ ਦਰਵਾਜ਼ਾ ਬੰਦ ਕਰ ਦਿਓ ਪਲੀਜ਼ ਕੁੰਡੀ ਲਗਾ ਦੋ ਕੁੰਡੀ ਕਾ ਦੇ ਲਗਾਣੀ ਨਹੀਂ ਕੁੰਡੀ ਦਰਵਾਜ਼ਾ ਉਹਦੇ ਭੀੜ ਦਾ ਆਵਾਜ਼ ਆ ਰਹੀ
ਇਹਨਾਂ ਦਾ ਸਵਾਲ ਹੈ ਇੱਕ ਇਹ ਮਿੰਟ ਪਹਿਲੇ ਮੈਂ ਮਨਾ ਕੀਤਾ ਕੋਈ ਹਾਂਜੀ ਇਹ ਜਿਹੜੀਆਂ 93 ਟੀਚਰਸ ਨੇ 95 ਨਹੀਂ 93 ਹੈਗੀਆਂ ਸਰਕਾਰ 'ਚ 93 ਟੀਚਰ ਨੇ ਇਹਨਾਂ ਦਾ ਅਸਾਂ ਨੇ ਗਵਰਨਿੰਗ ਬਾਡੀ 'ਚ ਵੀ ਐਜੂਕੇਸ਼ਨ ਬਾਡੀ 'ਚ ਵੀ ਪਾਸ ਕਰਕੇ ਭੇਜ ਦਿੱਤਾ ਕਿ ਇਹਨਾਂ 93 ਨੂੰ 65 ਸਾਲ ਦੀ ਉਮਰ ਤੱਕ ਸਰਵਿਸ ਦਿੱਤੀ ਉਹਦੇ ਲਈ ਅਸੀਂ ਅਗਰੀ ਕਰ ਲਿਆ ਗਵਰਨਿੰਗ ਬਾਡੀ ਦਾ ਪਾਸ ਕਿਦਾਂ ਮਿਲਦਾ ਕਿ ਅਕੈਡਮੀ ਨੇ ਅਗਰੀ ਕਰ ਲਿਆ ਕਿ ਇਹਨਾਂ ਨੂੰ ਇੱਥੇ ਤੱਕ ਨੌਕਰੀ ਦਿੱਤੀ ਇਹਨਾਂ ਸਭ ਨੂੰ ਅਸੀਂ ਕਿਸੇ ਨੇ ਫਾਈਲ ਸਾਡੀ ਆ ਜਾਂਦੀ ਹੈ ਸਾਰਿਆਂ ਨੂੰ ਅਪਾਇੰਟਮੈਂਟ ਲੈ ਕੇ ਇਸ਼ੂ ਕਰ ਦਿਆਂਗੇ ਸਭ ਨੂੰ ਉਹਨਾਂ ਸਕੂਲਾਂ 'ਚ ਭੇਜਾਂਗੇ ਜਿਨ੍ਹਾਂ ਸਕੂਲਾਂ ਦੇ ਵਿਚਕਾਰ 6 ਤੋਂ ਵੱਧ ਬੱਚੇ ਇੱਕ ਕਲਾਸ 'ਚ ਤੇ ਸਕੂਲ ਦੇ 15 ਤੋਂ ਵੱਧ ਬੱਚੇ ਹੈ 3 ਕਲਾਸਾਂ ਹੁੰਦੀਆਂ ਨਾ ਜੀ ਚੌਥੀ ਪੰਜਵੀਂ ਉਹਦੇ 15 ਤੋਂ ਵੱਧ ਬੱਚੇ ਪੰਜਾਬੀ ਪੜ੍ਹਨਾ ਚਾਹੁੰਦੇ ਨੇ ਪੰਜਾਬੀ ਪੜ੍ਹਨ ਵਾਲੇ ਹੈ ਇਹ ਸਾਨੂੰ ਤੁਹਾਡਾ ਜਿਹੜਾ SI ਹੈ ਉਹ ਲਿਖ ਦੇਗਾ ਜਾਂ ਤੁਹਾਡਾ ਜਿਹੜਾ ਜ਼ੋਨ ਦਾ ਅਫਸਰ ਆ ਉਹ ਲਿਖ ਕੇ ਦੇ ਦੇਗਾ ਕਿ ਮੇਰੇ ਇਲਾਕੇ 'ਚ 10 ਸਕੂਲ ਹੈ ਨੇ ਜਿੱਥੇ ਪੰਜਾਬੀ ਦੇ ਬੱਚੇ ਇਸ ਤੋਂ ਉੱਤੇ ਆ ਨੇ 6 ਤੋਂ ਉੱਤੇ ਜਾਂ 15 ਤੋਂ ਉੱਤੇ ਉੱਥੇ ਪੰਜਾਬੀ ਟੀਚਰ ਪੰਜਾਬੀ ਅਕੈਡਮੀ ਅਪਾਇੰਟ ਕਰ ਅਸੀਂ ਤੁਹਾਡੇ ਚੋਂ ਜਿਸ ਨੂੰ ਜਿਹੜਾ ਨੇੜੇ ਤੋਂ ਨੇੜੇ ਸਕੂਲ ਹੋਵੇ ਜੇ ਕੋਈ ਟੀਚਰ ਰਜੌਰੀ ਗਾਰਡਨ ਰਹਿੰਦੀ ਹੈ ਤਾਂ ਉਹਨੂੰ ਅਸੀਂ ਰਜੌਰੀ ਗਾਰਡਨ ਦੇ ਸਕੂਲ 'ਚ ਭੇਜਾਂਗੇ ਜੇ ਕੋਈ ਟੈਗੋਰ ਗਾਰਡਨ ਰਹਿੰਦੀ ਹੈ ਤਾਂ ਉਹਨੂੰ ਟੈਗੋਰ ਗਾਰਡਨ ਦੇ ਸਕੂਲ ਭੇਜ ਦੇਣਾ ਜਿਹੜਾ ਨੇੜੇ ਦਾ ਸਕੂਲ ਹੋਵੇ ਜਿਹੜੀ ਸਕੂਲ ਚਾਂਦ ਨਗਰ ਦੀ ਹੈ ਉਹ ਚਾਂਦ ਨਗਰ ਕਿਸੇ ਨੂੰ ਦੂਰ ਨਹੀਂ ਭੇਜਣ ਦੀ ਗੱਲ ਹੈਗੀ ਕਿਉਂਕਿ ਸਾਨੂੰ ਪਤਾ 2-3 ਘੰਟਿਆਂ 'ਤੇ ਆਉਣਾ ਜਾਣਾ ਮਿਨੀਮਮ ਵੇਜਿਸ ਦੇ ਵਿੱਚ ਤੁਸੀਂ ਆਉਣਾ ਜਾਣਾ ਕੋਈ ਖਰਚਾ ਵੀ ਨਾ ਤੁਹਾਡੇ ਕੋਲ ਸਿੰਪੈਥੀਕਲੀ ਇਸ ਗੱਲ ਦਾ ਫੈਸਲਾ ਲੈ ਉਹਨੂੰ ਉਸ ਸਕੂਲ ਦੇ ਵਿਚਕਾਰ ਅਸੀਂ ਜਾਣਗੇ ਔਰ ਇੱਕ ਗੱਲ ਹੋਰ ਤੁਹਾਨੂੰ ਦੱਸ ਦਿਆਂ ਕਿ ਪੰਜਾਬੀ ਅਕੈਡਮੀ ਕਿਸੇ ਵੀ ਟੀਚਰ ਨੂੰ ਇਹਨਾਂ 93 ਦੇ ਵਿੱਚੋਂ ਕੱਢਣਾ ਨਹੀਂ ਚਾਹੁੰਦੀ ਸਭ ਦੇ ਸਭ ਨੂੰ ਨੌਕਰੀ 'ਤੇ ਰੱਖਣਾ ਚਾਹੁੰਦੇ ਔਰ ਸਭ ਨੂੰ ਰੱਖਾਂਗੇ ਸਾਡੀ ਫਾਈਲ ਗਈ ਦੀ ਆਲਰੇਡੀ ਦੋਨੋਂ ਕਮੇਟੀਆਂ ਦੀ ਪਾਸ ਹੋ ਕੇ ਇਹ ਅਥਾਰਟੀ ਨੇ ਇਹ ਫਾਈਲ ਆ ਜਾਏਗੀ ਉਹ 5 ਨਹੀਂ ਆਏਗੀ 6 ਦਿਨਾਂ ਨਾਲ 6 ਦਿਨ ਤੱਕ ਨਾਲ ਕਿਉਂਕਿ ਉਹਦੇ ਫਾਈਨਲ ਦੀ ਅਪਰੂਵਲ ਜ਼ਰੂਰੀ ਹੁੰਦੀ ਜਿਸ ਚੀਜ਼ 'ਚ ਪੈਸਾ ਇਨਵਾਲਵ ਹੋ ਜਾਏ ਉਹਦੇ ਫਾਈਨੈਂਸ਼ੀਅਲ ਅਪਰੂਵਲ ਜ਼ਰੂਰੀ ਹੁੰਦੀ ਹੈ ਸਰਕਾਰ ਉਹ ਅਪਰੂਵਲ ਆ ਜਾਏਗੀ ਔਰ ਅਸੀਂ ਤੁਹਾਨੂੰ ਸਭ ਨੂੰ ਦਿਆਂਗੇ ਜਿੱਥੇ ਤੱਕ ਤੁਹਾਡੀ ਤਨਖਾਹਾਂ ਦਾ ਕੇਸ ਹੈ ਕੋਰਟ 'ਚ ਹੈ ਤੁਸੀਂ ਕੋਰਟ ਗਈਆਂ ਜੋ ਵੀ ਫੈਸਲਾ ਉਹਦੇ 'ਚ ਹੋਏਗਾ ਮੈਂ ਉਹਨੂੰ ਅਕੈਡਮੀ 'ਚ ਲਾਉਂਗਾ ਕਿਉਂ ਕਿੰਤੂ ਨਹੀਂ ਕਰਾਂਗਾ ਸਮਝ ਗਏ ਕਿ ਜੋ ਵੀ ਫੈਸਲਾ ਹੋਏਗਾ ਉਹਨੂੰ ਮੈਂ ਪਹਿਲ ਦੇ ਲਾਉਂਗਾ ਹੁਣ ਇਹ ਫੈਸਲਾ ਕੋਰਟ 'ਚ ਤੁਸੀਂ ਕਰਾ ਕੇ ਲਿਆਣਾ ਹੈ ਤੁਸੀਂ ਕੋਰਟ 'ਚ ਕੇ ਕਰਾ ਕੇ ਲਿਆਓ ਜਲਦੀ ਤੋਂ ਜਲਦੀ ਲਿਆਓ ਕੋਰਟ ਵਿੱਚ ਕੇਸ ਤਾਂ ਤਨਖਾਹ ਦਾ ਨਹੀਂ ਹੈ ਕੋਰਟ ਵਿੱਚ ਕੇਸ ਹੈ ਏਰੀਅਰ ਦਾ 35 ਸਾਲਾਂ ਮੈਂ ਕਹਿੰਦਾ ਮੈਂ ਏਰੀਅਰ ਵੀ ਉਹਨਾਂ ਦੇ ਦੇਗਾ ਜਿੰਨਾ ਕੋਰਟ ਗਈ ਉਹਦੇ ਵੀ ਕਿਉਂ ਕਿੰਤੂ ਨਹੀਂ ਕਰਨਾ ਬਸ ਔਰ ਟੀਚਰਸ ਦਾ ਇਹ ਵੀ ਸਵਾਲ ਹੈਗਾ ਸਰ ਕਿ ਅਸੀਂ ਲਿਖਵਾ ਲਿਆਂਦੇ ਹਾਂ SI ਤੋਂ ਚਲੋ ਲਿਖਵਾ ਲਿਆਂਦੇ ਤੇ ਮਤਲਬ ਲਿਖਵਾ ਕੇ ਕੀ ਗਾਰੰਟੀ ਹੈ ਕਿ ਤੁਸੀਂ ਉਹਨਾਂ ਨੂੰ ਰੱਖ ਲਓ ਗਰੰਟੀ ਤਾਂ ਹੁਣ ਮੈਂ ਆਪਣੀ ਜਦਾਦ ਦੇ ਪੇਪਰ ਤੇ ਤੁਹਾਡੇ ਨਾਲ ਕਰਨਾ ਹੋ ਰਿਹਾ ਇਹ ਫਿਰ ਟੀਚਰ ਮੈਂ ਨੂੰ ਤਾਂ ਕਹਿ ਤਸੱਲੀ ਨਹੀਂ ਹੋਣੀ ਸਕਦਾ ਚਾਹੀਦੀ ਹੈ MCD ਕੋਈ decision ਨਹੀਂ ਪਾਏਗੀ। ਇੱਕ ਮਿੰਟ ਨਹੀਂ ਤੁਸੀਂ ਕਲੀਅਰ ਕਰ ਸਰ ਦਿਓ ਨਾ ਮੇਰਾ ਕੁਐਸਚਨ ਹੈ ਕਿ MCD ਦੇ ਵਿੱਚ ਤੇ ਅੱਗੇ ਅਸੀਂ ਲੱਗੇ ਹੋਏ ਆ ਤੇ ਸਾਡੇ ਕੋਲ ਤੇ ਬੱਚੇ ਪਹਿਲੇ ਹੀ ਹੈਗੇ ਆ MCD ਚ ਨਹੀਂ ਲੱਗੇ ਨੇ ਤੁਸੀਂ ਪੰਜਾਬੀ ਅਕੈਡਮੀ ਚ ਲੱਗੇ ਹੋ MCD ਚ ਨਹੀਂ ਲੱਗੇ MCD ਦੇ ਸਕੂਲਾਂ 'ਚ ਲੱਗੇ ਹੋਏ ਸਕੂਲਾਂ 'ਚ ਤੁਹਾਨੂੰ ਅਸੀਂ ਭੇਜਨੇ ਆ ਹਾਂਜੀ ਤੁਸੀਂ ਭੇਜਿਆ ਤੇ ਸਾਡੇ ਕੋਲ ਤਾਂ ਬੱਚੇ ਅੱਗੇ ਹੀ ਹੈਗੇ ਆ ਅਸੀਂ ਨਹੀਂ ਹੈਗੇ ਜੋ ਮੈਂ ਤੁਹਾਨੂੰ ਕਿਹਾ ਹੋਊਗੀ ਗੱਲ ਕਹਿ ਦਿੱਤੀ ਆ ਉਹ ਰਿਕਾਰਡ ਇਹਨਾਂ ਨੇ ਰਿਕਾਰਡ ਕਰ ਲਿਆ ਉਹ ਖਤਮ ਹੋ ਗਿਆ ਕੋਈ ਰਿਐਕਸ਼ਨ ਨਹੀਂ ਸਰ ਉਹਨਾਂ ਨੂੰ ਕੋਈ ਰਿਐਕਸ਼ਨ ਨਹੀਂ ਹੈਗਾ ਸਰ ਸਾਡਾ ਐਸ ਉਹਨਾਂ ਦੇ MCD ਸਕੂਲ ਦੇ SI ਆਉਂਦੇ ਨੇ ਉਹਨਾਂ ਨੂੰ ਕੋਈ ਰਿਐਕਸ਼ਨ ਨਹੀਂ ਹੋ ਸਕਦਾ ਲਿਖਾ ਦਿਓ ਨਾ ਕਿਉਂਕਿ ਇੰਨੇ ਸਾਲੋਂ ਤੁਸੀਂ ਕਰ ਰਹੇ ਹੋ ਹੁਣ ਅਚਾਨਕ ਹੀ ਉਹਨਾਂ ਨੂੰ ਆਬਜੈਕਸ਼ਨ ਕਿਉਂ ਹੋਏਗਾ ਚਲੋ ਕੋਈ ਗੱਲ ਨਹੀਂ ਮੈਨੂੰ ਤੁਸੀਂ ਲਿਖਾ ਕੇ ਦੇ ਆਲਰੇਡੀ ਬੱਚੇ ਪੜ ਰਹੇ ਨੇ ਇਹ ਤੁਹਾਡੇ ਵੱਲੋਂ ਹੀ ਪ੍ਰਪੋਜ਼ਲ ਆਇਆ ਹੈ ਕਿ ਜਦੋਂ ਅਸੀਂ ਲਿਖਾ ਕੇ ਦੇ ਦਿਆਂਗੇ ਮੈਂ ਕਿਹਾ ਲਿਖਾ ਕੇ ਦੇ ਦਿਓ ਮੈਂ ਕਰ ਦੂੰਗਾ ਲਿਖਾ ਲਿਆ ਕੋਈ ਅਸੀਂ ਨਹੀਂ ਕਿਹਾ ਸਾਡੇ ਵੱਲੋਂ ਸਾਡੇ ਪ੍ਰਪੋਜ਼ਲ ਨਹੀਂ ਹੈ ਸਾਡੇ ਵੱਲੋਂ ਤੁਸੀਂ ਕਿਹਾ ਕੋਈ ਪ੍ਰਪੋਜ਼ਲ ਨਹੀਂ ਹੈ ਇਹ ਮੈਂ ਤੁਸੀਂ ਸਾਰਿਆਂ ਨਾਲ ਗੱਲ ਇਹ ਤੁਸੀਂ ਕਿਹਾ ਪੰਜ ਬੰਦਿਆਂ ਦੇ ਡੈਪੂਟੇਸ਼ਨ ਨਾਲ ਮੈਂ ਗੱਲ ਕਰਕੇ ਫੈਸਲਾ ਕਰ ਸਰ ਇਹ ਸਾਡੇ ਵੱਲੋਂ ਕੋਈ ਪ੍ਰਪੋਜ਼ਲ ਨਹੀਂ ਆਇਆ ਇਹ ਤੁਸੀਂ ਸ਼ਰਤ ਰੱਖੀ ਹੈ ਕਿ ਆਪਣੇ SI ਤੋਂ ਮੈਂ ਕੀ ਕਰ ਸਕਦਾ ਜੇ ਤੁਸੀਂ ਇਸ ਗੱਲ ਨੂੰ ਆਪ ਹੀ ਕਹਿ ਕੇ ਮੇਰੇ ਕੋਲ ਨਹੀਂ ਜੀ ਅਗਰ ਸਪੋਜ਼ ਕਰੋ SI ਰਿਫਿਊਜ਼
ਐਡਵਾਂਸ ਕਰ ਦਿੰਦਾ, ਉਹਦਾ ਕੀ ਹੱਲ ਹੈ? ਪੰਜਾਬੀ ਤੇ ਵਾਲਾ ਦੁਬਾਰਾ ਅਸੀਂ 5 ਬੰਦਿਆਂ ਨੂੰ ਬੈਠਾ ਦੇਵਾਂਗਾ ਤੁਹਾਡੇ ਨਾਲ ਗੱਲ ਸਰ ਟੀਚਰ ਦਾ ਸਵਾਲ ਹੈ ਕਿ ਪੰਜਾਬੀ ਦੇ ਐਸਾ ਜਿਹੜੇ 5 ਤੁਹਾਡੇ ਨੁਮਾਇੰਦੇ ਨੇ ਨਾ ਉਹਨਾਂ ਨੂੰ ਫਿਰ ਬੈਠ ਜਾ ਕੇ ਫਿਰ ਜੇ ਟਾਈਮ ਜੀ ਵੇਸਟ ਹਫਤੇ ਹੋ ਦੇ ਰਿਹਾ ਬਾਅਦ ਫਿਰ ਮੇਰੇ ਕੋਲ ਆ ਜਾਓ ਸਾਰੀ ਗੱਲ ਕਰੋ। ਨਹੀਂ ਟਾਈਮ ਵੇਸਟ ਹੋ ਰਿਹਾ, ਹੋਰ ਕੋਈ ਗੱਲ ਟੀਚਰਸ ਦਾ ਸਵਾਲ ਹੈ ਕਿ ਪੰਜਾਬੀ ਟੀਚਰ ਪੰਜਾਬੀ ਅਕੈਡਮੀ ਦੇ ਐਸਆਈ ਤੋਂ ਸਾਈਨ ਕਰਾਣੇ ਹੈ ਜਾਂ ਐਮਸੀਡੀ ਕਾਰਪੋਰੇਸ਼ਨ ਉਹਦੇ ਸਕੂਲ 'ਚ ਭੇਜਣਾ ਹੈ। ਮੇਰੇ ਸਕੂਲ 'ਚ ਤੇ ਮੇਰੇ ਤੁਹਾਡੇ ਕੋਲ ਅੱਜ ਹੀ ਲਾ ਦਿਆਂ ਮੈਂ ਜਿਹੜੇ ਮੇਰੇ ਸਕੂਲ ਸਨ 52 ਸਕੂਲ ਨੇ ਜਿਹੜੇ ਗੁਰਦੁਆਰਿਆਂ 'ਚ ਚੱਲਦੇ ਉਹਦੇ ਤੇ ਮੈਂ ਲਾ ਦਿੱਤੇ, ਖੋਲ ਦਿੱਤੇ, ਲਗਾ ਦਿੱਤਾ ਸਭ ਉਹ ਤੇ ਫੈਸਲਾ ਮੈਂ ਲੈਣਾ। ਮੰਨ ਲਓ ਉਹ ਨਹੀਂ ਲਿਖ ਕੇ ਦਿੰਦੇ ਤੇ ਅਗਰ ਅਸੀਂ ਸਕੂਲ ਚੋਂ 15 ਬੱਚੇ ਗੁਰਦੁਆਰੇ ਤੋਂ 15 ਬੱਚੇ ਲੈ ਆਨੇ ਆ ਤੇ ਦੱਸ ਤੁਸੀਂ ਸਾਨੂੰ ਉਹਦੇ ਕਰਵਾ ਦਿਓ। ਉਹਦੇ ਮੈਂ ਰਸਤਾ ਦੱਸਾਂਗਾ। ਇੱਕ ਮਿੰਟ ਉਹਦੇ ਮੈਂ ਰਸਤਾ ਦੱਸ ਤੁਸੀਂ ਸਾਰੀ ਜਿਹੜਾ ਬਾਹਰ ਹੀ ਰੁਕ ਜਾਓ, ਬਾਹਰ ਹੀ ਰੁਕ ਜਾਓ, ਕੋਈ ਗੱਲ ਨਹੀਂ, ਬਾਹਰ ਰੁਕ ਜਾਓ। ਮੈਨੂੰ ਆਪਣੇ ਟੀਚਰ ਨਾਲ ਗੱਲ ਕਰਨ ਦਿਓ, ਉਹਦਾ ਰਸਤਾ ਮੈਂ ਦੱਸ। ਕੋਈ ਵੀ ਗੁਰਦੁਆਰਾ ਉਹਦੇ ਕਮੇਟੀ ਮੈਨੂੰ ਇਹ ਲਿਖ ਕੇ ਦੇ ਦੇ ਕਿ ਸਾਡੇ ਕੋਲ 15 ਬੱਚੇ ਆ, ਉਹਦਾ 15 ਬੱਚਿਆਂ ਦਾ ਆਧਾਰ ਕਾਰਡ ਇੱਕ ਮਿੰਟ ਹੋਰ ਸੁਣ ਲਓ, ਔਰ ਕਿਸੇ ਪੰਜਾਬੀ ਸਕੂਲ ਦੇ ਨਾ ਪੜ੍ਹਦੇ ਉਹਨਾਂ ਦੀ ਉਮਰ 12 ਸਾਲ ਤੋਂ ਉੱਤੇ ਹੋਵੇ, ਆਧਾਰ ਕਾਰਡ 15 ਬੱਚੇ, ਆਧਾਰ ਕਾਰਡ ਤੇ ਗੁਰਦੁਆਰਾ ਕਮੇਟੀ ਇਹ ਲਿਖ ਦਵੇ। ਉਹ ਤੇ ਸੈਂਟਰ ਚਲਾਉਂਦੇ ਮੈਨੂੰ ਸੁਣ ਲੈਣ ਦਿਓ, ਮੈਨੂੰ ਗੱਲ ਕਰਨੀ ਹੈ, ਤੁਸੀਂ ਇਹ ਗੱਲ ਕੀ ਆਪਣੀ ਕੱਟੀ ਜਾਂਦੇ। ਮੈਨੂੰ ਗੁਰਦੁਆਰਾ ਕਮੇਟੀ ਲਿਖਦੇ ਕਿ ਅਸੀਂ ਜਗ੍ਹਾ ਦਿਆਂਗੇ, ਉਹਨਾਂ ਦੀ ਮਰਜ਼ੀ ਦਾ ਟੀਚਰ ਨਾਲ ਅਪਾਇੰਟ ਕਰ ਦੇਗਾ, ਤੁਹਾਡਾ ਹੋਏ ਤੁਸੀਂ ਹੋ ਤੋਂ ਜਦ ਤੁਸੀਂ ਲਗਾ ਕੇ ਲਓ ਤੁਹਾਨੂੰ ਹੀ ਕਹਿਣਗੇ ਤੁਸੀਂ, ਔਰ ਉਹਦੀ ਤਨਖਾਹ ਜਿਹੜੀ ਕਿੰਨੀ ਦਿੰਦੇ ਉਹ ਮੇਰਾ ਗੱਲ 8 ਕੇ 9,000 ਰੁਪਏ ਦਿੰਦੇ ਆ, ਜਿਨ੍ਹਾਂ ਬੀਐਡ ਕੀਤੀ ਉਹਨਾਂ ਨੂੰ 10,000 ਦਿੰਦੇ ਆ, ਉਹਦੇ 'ਚ ਉਮਰ ਵੀ ਅਸੀਂ ਕੰਸੀਡਰ ਨਹੀਂ ਕਰਾਂਗੇ। ਜਿਹੜੀ ਸਕੀਮ ਦੇ ਆਏਗਾ ਉਹ ਸਰ ਇੰਨੀਆਂ ਸ਼ਰਤਾਂ ਕਿਉਂ ਰੱਖੀਆਂ ਹੈਗੀਆਂ ਸਰ, ਇੰਨੀਆਂ ਸ਼ਰਤਾਂ ਕਿਉਂ ਰੱਖੀਆਂ? ਕਿਹੜੀ ਸ਼ਰਤ? ਨਹੀਂ ਇਹ ਸਕੂਲਾਂ ਦੀ ਸ਼ਰਤ ਹੈ, ਇਹ ਗੁਰਦੁਆਰਿਆਂ ਦੀ ਸ਼ਰਤ ਹੈ। ਨਹੀਂ ਤੁਸੀਂ ਕਹਿੰਦੇ ਪਿਓ ਨਾ ਗੁਰਦੁਆਰੇ 'ਚ ਅਸੀਂ ਰੱਖ ਕਰ ਲਾਂਗੇ ਉਹਨਾਂ ਦਾ ਕੁਐਸਚਨ ਇਹ ਸੀ ਕਿ ਵੀ ਮੈਨੂੰ ਸਕੂਲ ਵਾਲੇ ਨਾਂ ਲਿਖ ਕੇ ਦੇਣ ਤਾਂ ਕੀ ਮੈਂ ਗੁਰਦੁਆਰੇ 'ਚ ਲੱਗ ਸਕਦੀ ਹਾਂ ਹਾਂ? ਲੱਗ ਸਕਦੇ ਨੇ, ਮੈਂ ਤਾਂ ਕਿਹਾ ਲੱਗ ਸਕਦੇ, ਪਰ 15 ਬੱਚੇ ਹੋਣੇ ਚਾਹੀਦੇ। ਸਰ ਮੇਰੇ ਸਕੂਲ ਵਿੱਚ ਪੰਜਾਬੀ ਸਕੂਲ ਹੈ ਜੰਗੀਰਪੁਰੀ, ਉਹਦੇ 100 ਬੱਚੇ ਪੰਜਾਬੀ ਪੜ੍ਹਦੇ ਆ, ਉੱਥੇ ਤੋਂ ਸਾਨੂੰ ਨਹੀਂ ਭੇਜਿਆ ਤੁਸੀਂ। ਜੰਗੀਰਪੁਰੀ ਪੰਜਾਬੀ ਸਕੂਲ ਹੈ ਐਮਸੀਡੀ ਦਾ, ਇੱਕੋ ਹੀ ਸਕੂਲ ਹੈ। ਉਹ ਐਸਆਈ ਕੋਲ ਲਿਖਾ ਦਿਓ ਨਾ ਤੇ ਗੱਲ ਹੋ ਗਈ ਹੈ ਨਾਲ। ਐਸਆਈ ਪ੍ਰਿੰਸੀਪਲ ਤੋਂ ਲਿਖਵਾ ਕੇ ਲਾਗੇ ਪ੍ਰਿੰਸੀਪਲ ਦਾ ਨਹੀਂ, ਪ੍ਰਿੰਸੀਪਲ ਆਪਣੇ ਐਸਆਈ ਦੇਗਾ, ਐਸਆਈ ਸਾਨੂੰ ਕਿੱਥੇ ਭੇਜੇਗਾ, ਅਸੀਂ ਭੇਜ ਦਿਆਂਗੇ ਤੁਹਾਨੂੰ। ਸਰ ਉਹਦੇ ਅਸੀਂ ਪਹਿਲੇ ਡਿਮਾਂਡ ਲਿਖਵਾ ਕੇ ਦੇ ਚੁੱਕੇ ਹਾਂ ਨਾ। ਪ੍ਰਿੰਸੀਪਲ ਦੀ ਉਹ ਪ੍ਰਿੰਸੀਪਲ ਦੀ ਡਿਮਾਂਡ ਨਹੀਂ ਮੰਨੀ ਜਾਏਗੀ, ਸਰ ਕਹਿ ਰਹੇ ਐਸਆਈ ਤੋਂ ਲਿਖਵਾ ਕੇ ਲਿਆ, ਐਮਸੀਡੀ ਦੇ ਐਸਆਈ। ਕਵੇ ਮੈंने ਇੰਨੇ ਸਕੂਲਾਂ 'ਚ ਪੰਜਾਬੀ ਟੀਚਰ ਭੇਜ ਦਿਓ, ਜਿਹੜਾ ਨੇੜੇ ਦਾ ਸਕੂਲ ਹੋਏਗਾ। ਜੇ ਤੁਸੀਂ ਕਿੱਥੇ ਰਹਿੰਦੇ ਹੋ? ਇੱਕ ਮਿੰਟ ਭਾਈ, ਆਪਣੇ ਸਕੂਲ 'ਚ ਲੱਗੂਗਾ। ਆਦਰਸ਼ ਨਗਰ ਤੁਹਾਡੇ ਤੋਂ ਕਿੰਨੀ ਦੂਰ ਪੈਦਾ ਸਰ ਅਸੀਂ ਤੇ ਆਪਣੇ ਸਕੂਲ 'ਚ ਤੁਹਾਨੂੰ ਨੇੜੇ ਲੱਗਾਂਗੇ ਸਕੂਲ ਨਾ, ਭੇਜਿਆ। ਨੇੜੇ ਵਾਲੇ ਹੁਣ ਨਿਗਮ ਪਾਸ਼ਾ ਤੋਂ ਵੀ ਅਸੀਂ ਲਿਖਵਾ ਸਕਦੇ ਹਾਂ। ਨਿਗਮ ਪਾਰਸ਼ਦ ਦੀ ਗੱਲ ਸਾਡੇ ਕੋਲ ਨਹੀਂ। ਨਿਗਮ ਪਾਰਸ਼ਦ ਨੂੰ ਪੰਜਾਬੀ ਅਕੈਡਮੀ ਨਹੀਂ ਕਰਦੀ। ਅਸੀਂ ਪ੍ਰਿੰਸੀਪਲ ਤੋਂ ਲਿਖਵਾ ਕੇ ਲਿਆ ਜਾਗੇ ਸਰ। ਪ੍ਰਿੰਸੀਪਲ ਪ੍ਰਿੰਸੀਪਲ ਨਹੀਂ ਐਸਆਈ ਸਰ ਪ੍ਰਿੰਸੀਪਲ ਦੀ ਸ਼ਰਤ ਜਿਹੜੀ ਮੰਨ ਪ੍ਰਿੰਸੀਪਲ ਵੀ ਨਹੀਂ ਕਰਦੇ ਹੋ, ਐਸਆਈ ਦੀ ਮਰਜ਼ੀ ਐਕਚੁਅਲੀ ਐਸਆਈ ਪ੍ਰਿੰਸੀਪਲ ਇੱਕ ਇੱਕ ਕਰਕੇ ਬੋਲੋ ਲੇਕਿਨ 30 ਸਾਲ ਹੋ ਗਏ, 30 ਸਾਲ ਹੈ ਕਿਸੇ ਵੀ ਉਹ ਵੀ ਗੱਲ ਹੋ ਗਈ ਹੈ ਜਾਂ ਤੁਸੀਂ ਜਿਹੜੇ 5 ਨੁਮਾਇੰਦੇ ਭੇਜੇ ਨੇ ਉਹਨਾਂ ਨਾਲ ਬੈਠ ਕੇ ਗੱਲ ਕਰ। ਹਰ ਟੀਚਰ ਨੂੰ ਮੈਂ ਜਵਾਬ ਨਹੀਂ ਦੇ ਸਕਦਾ। 5 ਨੁਮਾਇੰਦੇ ਨੂੰ ਸ਼ਾਇਦ ਮੈਂ ਕਰ ਦੂੰਗਾ। ਤੁਸੀਂ 30 ਸਾਲ ਹੋ ਗਏ ਸਾਨੂੰ ਸਰ ਤੁਹਾਡੇ ਸਾਹਮਣੇ ਸ਼ਬਦਾਂ ਮਿਲਿਆ ਸਾਡੇ ਕੋਲ ਕਿਸੇ ਨੇ ਨਹੀਂ ਸਰ ਜਰਨੈਲ ਸਿੰਘ ਜੀ ਸੀਗੇ, ਅਸੀਂ ਉਹਨਾਂ ਕੋਲ ਜਾਂਦੇ ਸੀ, ਬੜੇ ਸਾਡਾ ਰਿਸਪੈਕਟ ਕਰਦੇ ਸੀ। ਅੱਜ ਤੱਕ ਮੈਂ ਤੁਹਾਨੂੰ ਕਿਹੜੀ ਮਾੜੀ ਗੱਲ ਕਹੀ ਯਾਰ? ਸਰ ਤੁਸੀਂ ਅੱਜ ਸਾਨੂੰ ਦੱਸਿਆ ਨਾ ਕਿ ਤੁਹਾਡੇ ਆਪ ਤੋਂ ਹੀ ਆਈ ਹੋਇਆ ਨਾ, ਸਾਨੂੰ ਆਬਜੈਕਸ਼ਨ ਅੱਜ ਤੋਂ ਹੀ ਹੋਇਆ ਨਾ, ਅੱਗੇ ਤਾਂ ਸਾਨੂੰ ਨਹੀਂ 4 ਮਹੀਨੇ ਤੋਂ ਹੀ ਹੋਇਆ ਨਾ, ਅੱਗੇ ਤੋਂ ਸਾਨੂੰ 30 ਸਾਲਾਂ ਤੋਂ ਨੌਕਰੀ ਕਰ ਸਾਨੂੰ ਕੋਈ ਐਸਾ ਹੀ ਹੋਇਆ। ਕੋਈ ਗੱਲ ਨਹੀਂ, ਮੈਂ ਸਾਰੀ ਸ਼ਬਦਾਂ ਤੁਹਾਡੀਆਂ ਹੀ ਹੈਗੀਆਂ, ਸਾਡੀ ਕੋਈ ਸ਼ਰਤ ਨਹੀਂ ਹੈ। ਅਸੀਂ ਤਾਂ ਕੰਮ ਕਰਨਾ ਚਾਹੁੰਦੇ ਸਰ, ਅਸੀਂ ਸਕੂਲ ਉੱਥੇ ਜਾ ਕੇ ਸਿਰਫ ਆਪਣੀ ਭਗਤੀ ਕਰ ਰਹੇ, ਬਾਕੀ ਉੱਥੇ ਉਸ ਤੋਂ ਬਾਅਦ ਤੁਸੀਂ ਜੋ ਬੋਲਣਾ ਬੋਲਦੇ ਜਾਓ, ਮੈਂ ਜਿੰਨੀ ਗੱਲ ਕਰਨੀ ਤੇ ਕਰ। ਨਹੀਂ ਅਪਾਇੰਟਮੈਂਟ ਲੈਟਰ ਤੇ ਸਾਨੂੰ 3 ਮਿਲਦੇ ਨੇ, ਜਿਹਦੇ 'ਚ ਅਸੀਂ ਸਕੂਲ ਜਮ੍ਹਾਂ ਕਰਾਣੇ, ਸਾਡਾ ਕਾਰਪੋਰੇਸ਼ਨ ਆਫਿਸ ਜਾਂਦਾ ਹੈ ਤੇ ਫਿਰ ਉਹਦੇ ਸਾਨੂੰ ਹੁਣ ਅਸੀਂ ਦੁਬਾਰਾ ਕਿਉਂ ਅਸੀਂ ਲਿਖਵਾਈਏ? ਇੰਨੇ ਸਾਲ ਤੋਂ ਤੇ ਇਸ ਤਰ੍ਹਾਂ ਹੀ ਚੱਲ ਰਿਹਾ ਚਲੋ ਇਹ ਬਲੀ ਸਾਹਿਬ ਕਰਦੇ ਆ ਨਾ, ਇਹ ਸਾਡੀ ਗੱਲ ਸਰ
ਰਣਜੀਤ ਕੋਈ ਜ਼ਿਆਦਾ ਨਹੀਂ ਗੱਲ ਕਰਦਾ, ਤੂੰ ਉਹਨਾਂ ਨੂੰ ਬੋਲ, ਉਹਨਾਂ ਨੇ ਜੋ ਨਹੀਂ ਆਫੀਸਰ ਦੇ ਸਾਈਨ ਇਹਨਾਂ ਦੀ ਫਾਈਲਾਂ 'ਚ ਜਿਹੜੇ ਲੱਗੇ ਪਏ ਨੇ, ਅਗਰ ਉਹਦੀ ਫੋਟੋ ਕਾਪੀ ਕਰਾ ਕੇ ਤੁਹਾਨੂੰ ਪਿਛਲੀ ਦੇ ਦੇਣ ਤੇ ਉਹ ਚਲੇਗਾ। ਸਾਰੀ ਫਾਈਲਾਂ ਪਈਆਂ ਸਾਡੀਆਂ। ਉਹਨਾਂ ਦੀ ਫਾਈਲ ਨਹੀਂ ਉਹਨਾਂ ਨੇ ਮੰਨਣਾ, ਉਹ ਕਹਿ ਤੇ ਨਹੀਂ ਮੰਨਣਗੇ ਵੀਰ ਜੀ, ਮੰਨਣਗੇ। ਨਹੀਂ ਮੰਨਦੇ ਨਾ। ਐਸਾ ਹੀ ਕਹਿੰਦੇ ਕਿ ਮੈਂ ਜਿੰਨੀ ਗੱਲ ਕਰਨੀ ਉਹਦੇ ਬਾਅਦ ਜੋ ਤੁਸੀਂ ਕਹਿਣਾ ਸਾਰੇ ਨਹੀਂ, ਉਹਦੇ ਤੋਂ ਪਹਿਲੀ ਵਾਰ sign ਗਏ ਸੀ, ਹੋਏ ਤੁਸੀਂ ਕਹਿੰਦੇ ਬੇਫਿਕਰ ਹੋ ਕੇ ਮੈਂ ਤੁਹਾਡੇ ਨਹੀਂ ਕਹਿ ਰਿਹਾ ਬੇਫਿਕਰ। ਸਾਰੇ ਸ਼ਰਤਾਂ ਰੱਖੀਆਂ ਸਾਡੇ, ਸਾਰੇ ਸ਼ਰਤਾਂ ਰੱਖੀਆਂ। ਇਹਨਾਂ ਨੇ ਕਰਨਾ ਨਹੀਂ ਰਹਿਣਾ। ਐਸੇ ਹੀ ਕਿਉਂ ਲੈ ਕੇ ਸਾਹਮਣੇ ਕੱਢੇ ਨੇ? ਐਸਾ ਹੀ ਨਹੀਂ ਕਹਿੰਦਾ ਸਾਡੇ ਸਾਡਾ ਰਿਕਾਰਡ ਤੁਸੀਂ 15 ਬੱਚੇ 16-17 ਬੱਚੇ ਕਹਿੰਦੇ 40 ਬੱਚਿਆਂ ਨੂੰ ਬੱਚਿਆਂ ਦੇ ਸਕੂਲਾਂ ਦੇ ਪ੍ਰਿੰਸੀਪਲ ਕਹਿੰਦੇ ਜਾਂਦੇ ਆ ਨੌਕਰੀ ਕਰਦੇ ਪਏ ਤੁਹਾਡੇ ਆਉਣ ਤੇ ਸਾਨੂੰ ਹੁਣ ਇਹ 4 ਮਹੀਨੇ ਤੋਂ ਸਾਨੂੰ ਕੋਈ ਸੋਲੂਸ਼ਨ ਸ਼ਾਰਟ ਹੀ ਕੱਢੋ। ਸਾਰਾ ਵਿੱਚ ਦਾ ਕੋਈ ਹੱਲ ਕੱਢੋ, ਤੁਸੀਂ ਵਿੱਚ ਦਾ ਨਹੀਂ ਹੱਲ ਕਰਦੇ। ਮੈਂ ਸਿਰਫ ਆਪਣੀ ਗੱਲ ਨਹੀਂ ਕਰਨਾ ਚਾਹੁੰਦਾ। ਇੱਕ ਮਿੰਟ ਨੂੰ ਚੁੱਪ ਕਰ। ਹੋਗੀ ਜਿੰਨੀ ਗੱਲ ਹੋ ਗਈ ਸੀ, ਬਸ ਹੋਰ ਕੋਈ ਸਰ ਗੱਲ ਕੋਈ ਸ਼ਾਰਟ ਹੀ ਕੋਈ ਰਸਤਾ ਕੱਢੋ ਜਿਹਦੇ ਨਾਲ ਟੀਚਰ ਨੂੰ ਸਮਝ ਆ ਜਾਏ ਵੀ ਹਾਂ ਅਸੀਂ ਕਿਸ ਤਰੀਕੇ ਨਾਲ ਜੁਆਇਨ ਕਰ ਸਕਦੇ ਹਾਂ। ਸਰ ਸਾਰੇ ਐਸਾ ਹੀ ਨਹੀਂ ਸਾਈਨ ਕਰਾਂਗੇ ਕਿਉਂਕਿ ਕੋਈ ਮੇਰਾ ਇੰਟਰਸਟ ਨਹੀਂ ਲੇਗਾ, ਕੋਈ ਐਸਾ ਇੰਟਰਸਟ ਨਹੀਂ ਲੇਗਾ। ਉਹਨਾਂ ਨੇ ਕਹਿਣਾ ਸਰ ਤੁਹਾਡਾ ਅਕੈਡਮੀ ਨਾਲ ਹਾਂ ਰਿਲੇਸ਼ਨ ਅਕੈਡਮੀ ਦੀ ਜੋਬ ਹੈ ਤੁਹਾਡੀ, ਤੁਸੀਂ ਜਾਣਾ ਅਕੈਡਮੀ ਜਾਣੇ। ਇਸੇ ਕਰਕੇ ਮੈਂ 5 ਟੀਚਰਾਂ ਨੂੰ ਕਰ ਗਿਆ ਵੀ ਬਿਠਾ ਦਿਓ ਗੱਲ ਕਰ। 5 ਟੀਚਰਾਂ ਹੁਣ ਕੋਈ ਨਾ ਬੋਲੋ। ਬੈਠ ਕੇ ਗੱਲ ਕਰਨੀ ਮੇਰੇ ਨਾਲ ਫਰਕ। ਗੱਲ ਇਹੀ ਹੋਈ ਹੈ ਵੀ ਇਹੀ ਗੱਲ ਹੋਈ ਹੈ। ਮੈਂ ਸਭ ਤੋਂ ਮੈਂ ਨਹੀਂ ਬੈਠੀ, ਮੈਂ 5 ਵੀ ਚਾਹਨੀ ਹਾਂ। ਇਹੀ ਗੱਲ ਹੋਈ ਹੈ ਕਿ ਉਹਨਾਂ ਨੇ ਬਿਨਾ ਐਸਆਈ ਔਰ ਬਿਨਾ ਮੇਅਰ ਦੇ ਸਾਈਨ ਤੋਂ ਨਹੀਂ ਮੰਨੇ। ਇੱਕ ਗੱਲ ਸੁਣ ਲਓ, ਉਹ ਜੋ ਰਾਸਤਾ ਮੈਂ ਕਰ ਨਹੀਂ ਸਕਦਾ ਸਾਰਿਆਂ ਨੂੰ ਦੱਸ ਦਿਆਂ। ਮੈਂ ਗਵਰਨਰ ਬਾਡੀ ਚੋਂ ਪਾਸ ਕਰ ਦਿੱਤਾ ਤੁਹਾਡਾ ਕਿ 65 ਸਾਲ ਦੀ ਉਮਰ ਤੱਕ ਇਹਨਾਂ 93 ਟੀਚਰਾਂ ਨੂੰ ਲੋਕ ਦਿੱਤਾ ਜਾ ਪਾਸ ਹੋ ਗਿਆ। ਸੀਐਮ ਮੰਨ ਗਈ ਹੋਈ ਕਿ ਇਹਦੇ ਹੱਥੇ ਵਿੱਚ ਕਰ ਦਿਓ। ਫਿਰ ਪਾਸ ਕਰ ਦਿੱਤਾ। ਸਾਡੀ ਐਜੂਕੇਸ਼ਨ ਬਾਡੀ ਹੈ, ਗਵਰਨਿੰਗ ਬਾਡੀ ਜਿਹੜੀ ਐਜੂਕੇਸ਼ਨ ਕਮੇਟੀ ਸਬ ਕਮੇਟੀ ਹੈ ਜਿਹੜੀ ਇਹ ਫੈਸਲੇ ਲੈਂਦੀ ਹੈ ਟੀਚਰਾਂ ਬਾਰੇ, ਉਹਨੇ ਵੀ ਪਾਸ ਕਰ ਦਿੱਤਾ। ਲੇਕਿਨ ਥੋੜਾ ਵਕਤ ਲੱਗਦਾ ਹੈ ਨਾ, ਫਾਈਲ ਕਰਕੇ ਭੇਜ ਦਿੱਤੀ। 2 ਅਗਸਤ ਨੂੰ ਫਾਈਲ ਭੇਜ ਦਿੱਤੀ। ਸਰ ਮੈਂ ਤਾਂ ਤੁਹਾਨੂੰ ਇੱਕ ਮਿੰਟ ਚੁੱਪ ਕਰੋ ਨਾ ਜੀ, ਫਿਰ ਵੀ ਬੋਲ ਉਹ ਅਪਰੂਵ ਹੋ ਕੇ ਆਏਗੀ। 65 ਸਾਲ ਤੱਕ ਦੀ ਕਿਸੇ ਟੀਚਰ ਦੀ ਅਸੀਂ ਨੌਕਰੀ ਨਹੀਂ ਖੋਵਾਂਗੇ। ਜੇ ਇਹ ਨਹੀਂ ਮੰਨਣਗੇ ਤੇ ਅਸੀਂ ਕਿਤੇ ਨਾ ਕਿਤੇ ਉਹਨਾਂ ਨੂੰ ਅਪਾਇੰਟ ਕਰਾਂਗੇ, ਹੋਰ ਰਸਤਾ ਕੱਢਾਂਗੇ। ਫਾਈਲ ਅਪਰੂਵ ਹੋ ਕੇ ਆਏਗੀ, ਕੰਟੈਕਟ ਕਰਾਂਗੇ। ਤੁਹਾਨੂੰ ਕੰਟੈਕਟ ਤੇ ਹੀ ਰੱਖਣੇ ਆ ਨਾ, ਤੁਸੀਂ ਆਪਣਾ ਕੰਟੈਕਟ ਕਰ ਲਓ। ਉਹਦੇ 10 ਮਹੀਨਿਆਂ ਦਾ ਕੰਟੈਕਟ ਹੈ ਤੁਹਾਡਾ, ਜੁਲਾਈ ਤੱਕ ਸੀ। ਜੁਲਾਈ ਤੱਕ ਦੀ ਇੱਕ ਪੈਸਾ ਤਨਖਾਹ ਸਭ ਨੂੰ ਦਿੱਤੀ ਗਈ। ਕਰੋਨਾ ਨਾਲ ਲੱਗਦਾ ਤੇ ਸ਼ਾਇਦ ਜੁਲਾਈ ਦੀ ਜਾਂ ਫਿਰ ਅਗਸਤ ਸਤੰਬਰ ਤੋਂ ਤੁਹਾਡਾ ਲਾਗੂ ਹੋ ਜਾਣਾ। ਸਿਰਫ ਏਜ ਦਾ ਜਿਹੜਾ ਅਸੀਂ ਸਭ ਨੂੰ ਜਿਨ੍ਹਾਂ ਦੀ ਏਜ ਹੋਈ ਹੈ 65 ਸਾਲ ਤੱਕ ਉਹਨਾਂ ਨੂੰ ਨੌਕਰੀ ਤੇ ਰੱਖਣ ਦਾ ਫੈਸਲਾ ਲਿਆ। ਮੈਂ ਬੋਲੀ ਸਾਹਿਬ ਨੇ ਇਹ ਵੀ ਗੱਲ Sir, ਕਹੀ ਹੈ ਇੱਕ ਕੰਮ- ਕਿ ਐਮਸੀਡੀ ਬੰਦੇ ਵਿੱਚ ਜੋ ਏਜ ਹੈ ਉਹ 60 ਸਾਲ ਦੀ ਹੈ। ਐਮਸੀਡੀ ਦੇ ਤੁਸੀਂ ਸਰ ਨੇ ਸਾਨੂੰ ਕਿਹਾ ਮੇਅਰ ਦੇ ਕੋਲੋਂ ਸਾਈਨ ਕਰਾਣੇ ਜਾਂ ਐਸਆਈ ਤੋਂ ਸਾਈਨ ਕਰਾਣੇ, ਤੁਹਾਡੀ ਏਜ ਤਾਂ ਵੈਸੇ ਉਹਨਾਂ ਨੇ 60 ਸਾਲਾਂ ਦੀ ਹੈ, ਉਹ ਬਿਲਕੁਲ ਨਹੀਂ ਮੰਨਦੇ। ਉਹ ਕਦੀ ਨਹੀਂ ਕਰਾਂਗੇ ਸਰ ਸਹੀ। ਮੈਂ ਕਹਿੰਦਾ ਮੇਰਾ ਇਹੀ ਸਵਾਲ ਮੈਂ ਬੋਲੀ ਸਾਹਿਬ ਨੂੰ ਕਿਹਾ। ਮੈਂ ਦਾ ਜਵਾਬ ਉਹਨਾਂ ਨੂੰ ਜਿਹੜਾ ਤੁਸੀਂ ਐਮਸੀਡੀ ਕੋਲ ਲਗਾਓ ਤੇ ਏਜ ਦਾ ਲਿਖਵਾ ਕੇ ਨਾਲ ਰੱਖੋ। ਸਿਰਫ ਇਹ ਲਿਖਣ ਸਾਡੇ ਸਕੂਲ ਟੀਚਰ ਚਾਹੀਦੇ, ਤੁਹਾਨੂੰ ਤਨਖਾਹ ਦੇ ਸਰ ਬਾਇਓਡਾਟਾ ਤੇ ਹੁੰਦਾ ਹੀ ਹੈ ਨਾ ਸਾਡਾ। ਸਰ ਐਕਸਕਿਊਜ਼ ਸਾਡਾ ਬਾਇਓਡਾਟਾ ਜਿਹੜਾ ਤੁਹਾਡਾ ਪ੍ਰਿੰਸੀਪਲ ਨੂੰ ਆ ਕੇ ਲਿਆ ਸਕਦੇ ਆ। ਸਰ ਜਿਹੜੇ ਤੁਸੀਂ ਉਹ ਛਪਵਾਏ ਨਾ ਵੀਰ ਜੀ, ਉਹ ਤੁਸੀਂ ਕਹਿੰਦੇ ਵੀ ਜੁਆਇਨਿੰਗ ਲੈਟਰ, ਉਹਦੇ ਉੱਤੇ ਅਸੀਂ ਐਸਆਈ ਦਾ ਸਾਈਨ ਕਰਵਾ ਲਏ। ਲੈਟਰ ਹੈਡ ਇੱਕ ਮਿੰਟ ਸੁਣੋ, ਇੱਕ ਮਿੰਟ ਸੁਣੋ, ਅਸਾਂ ਲਿਖਦੇ ਨਹੀਂ ਇੱਕ ਮਿੰਟ ਸੁਣੋ। ਤੁਹਾਡਾ ਬਾਇਓਡਾਟਾ ਉਹਨਾਂ ਨੂੰ ਕੋਈ ਮਤਲਬ ਨਹੀਂ, ਤੁਹਾਡੇ ਬਾਇਓਡਾਟਾ ਸਾਨੂੰ ਮਤਲਬ ਹੈ ਜਿੰਨਾ ਤੁਹਾਨੂੰ ਨੌਕਰੀ ਤੇ ਰੱਖਣਾ ਜਾਂ ਤਨਖਾਹ ਦੇਣੀ। ਉਹਨਾਂ ਨੂੰ ਟੀਚਰ ਨਾਲ ਮਤਲਬ ਹੈ। ਅਸੀਂ ਵੀ ਲਿਖ ਕੇ ਭੇਜਾਂਗੇ ਕਿ ਆ ਸਰਦਾਰਨੀ ਮਨਜੀਤ ਕੌਰ ਵਾਈਫ ਆਫ ਰੈਂਜਰ ਆਫ ਦਿਸ, ਅਸੀਂ ਇਹਨੂੰ ਤੁਹਾਡੇ ਸਕੂਲ 2 ਘੰਟੇ ਪੰਜਾਬੀ ਪੜ੍ਹਾਉਣ ਲਈ ਭੇਜ 3 ਘੰਟੇ ਆ ਵੀਰ ਜੀ। 2 ਘੰਟੇ ਉਹ ਸਾਡੇ ਨੂੰ ਤਾਂ ਸਾਡੇ ਵਾਲਾ 3 ਘੰਟੇ ਸਰ ਪੂਰੇ ਪੜ੍ਹਾ ਦਿਓ। 2 ਘੰਟੇ ਸੀ ਉਹ ਨਹੀਂ ਨਹੀਂ ਸ਼ੁਰੂ ਤੋਂ ਤੁਸੀਂ ਸਾਡਾ ਸ਼ੁਰੂ ਤੋਂ ਲਗਾਇਆ ਸੀ 2 ਘੰਟੇ ਹੋ ਗਿਆ ਸੀ ਇੱਦਾਂ। ਸਾਡਾ ਸ਼ੁਰੂ 9:30 ਤੋਂ 12:30। ਪਹਿਲੇ 1.5 ਘੰਟਾ ਗੁਰਦੁਆਰੇ ਚ ਨਹੀਂ ਨਹੀਂ ਗੁਰਦੁਆਰੇ ਚ 2 ਘੰਟੇ ਦੋ ਘੰਟੇ 1.5 ਘੰਟਾ ਸੀ, ਉਸ ਤੋਂ ਬਾਅਦ ਇੱਕਦਮ 3 ਘੰਟੇ ਦਾ ਉਹ ਜੋ ਵੀ ਹੈ ਇਹਦੇ ਵਿੱਚ ਉਹਨਾਂ ਦਾ ਕੋਈ ਮਤਲਬ ਨਹੀਂ। ਉਹਨਾਂ ਨੇ ਕੋਈ ਮਤਲਬ ਨਹੀਂ। ਅਸੀਂ ਮਨਜੀਤ ਕੌਰ ਨੂੰ ਭੇਜਿਆ, ਰਵਿੰਦਰ ਕੌਰ ਨੂੰ ਭੇਜਿਆ, ਸੁਰਿੰਦਰ ਕੌਰ ਨੂੰ ਭੇਜਿਆ। ਅਸੀਂ ਅਪਾਇੰਟ ਕਰਨਾ ਹੈ, ਤਨਖਾਹ ਅਸਾਂ ਦੇਣੀ ਹੈ, ਅਸੀਂ ਉਹਨਾਂ ਕੋਲ ਭੇਜਣਾ।
ਪੜਾਉਣਾ। सर एक मिनट सर एक बारी भी अगर साइन करवा लिया एक मिनट चुप करो ना बोलो नहीं मान लो कि साइन करवा लेंगे अपने एसआई को नहीं ऐसे फिर तो सोमवार तक आ जाए सारे टीचर सोमवार तक नहीं आ जाएंगे। मेरे को भी चिट्ठी आन आ गई है किसी दिन आ मेरी गल नहीं ਮੈਂ ਤਾਂ ਕੱਲ ਹੀ ਲਿਆ ਦਣੀ ਸੀ भाई मिनट चुप तो करोगे कि नहीं करोगे। मेरे को भी लेटर आना चाहिए। सर ਅਸੀਂ ਜਿੰਨੇ ਵੀ ਕੋਈ ਟੀਚਰ ਗੱਲ ਸੁਣੋ ਮੇਰੀ ਇੱਕ ਗੱਲ। ਮਿੰਟ ਸਿਰਫ ਇੱਕ ਪੁਆਇੰਟ ਹਾਂ, ਬੋਲੋ, ਬੋਲੋ। ਜਿੰਨੇ ਵੀ ਅਸੀਂ ਟੀਚਰ ਆ ਐਮਸੀਡੀ ਦੇ ਸਕੂਲਾਂ ਦੇ ਵਿੱਚ ਜੌਬ ਕਰਦੇ ਆ ਜਿਸ ਦਿਨ ਸਰ ਸਾਨੂੰ ਉਹਨਾਂ ਨੇ ਲਿਖ ਕੇ ਤੁਸੀਂ ਦਿੱਤਾ ਗੱਲ ਇਹ ਗਲਤ ਕਰ ਦਿਓ ਕਿ ਲਿਖਿਆ ਨਹੀਂ ਸੀਗਾ ਤੁਸੀਂ ਦਿੱਲੀ ਅਕੈਡਮੀ ਕੋਲ ਜੌਬ ਕਰਦੇ ਹੋ। ਨਹੀਂ ਪੜਨ ਵਾਲੇ ਬੱਚੇ ਹੈ ਤਾਂ ਅਸੀਂ ਡਿਮਾਂਡ ਲੈਟਰ ਲਗਵਾ ਕੇ ਸਾਨੂੰ ਤਾਂ ਸਾਡੇ ਮੈਂ ਕਹਿੰਦੀ ਮੇਰੀ ਗੱਲ ਸੁਣੋ ਹਾਂਜੀ ਤੁਹਾਡੇ ਦਿਮਾਗ 'ਚ ਗਲਤ ਗੱਲ ਹੈ ਕਿ ਤੁਸੀਂ ਐਮਸੀਡੀ ਸੁਣੋ ਮੇਰੀ ਗੱਲ ਸੁਣੋ ਕਿ ਤੁਸੀਂ ਐਮਸੀਡੀ ਦੇ ਸਕੂਲਾਂ 'ਚ ਕੰਮ ਕਰਦੇ ਹੋ। ਤੁਸੀਂ ਐਮਸੀਡੀ ਦੇ ਕੰਮ ਨਹੀਂ ਕਰਦੇ। ਉਹਨਾਂ ਨੇ ਸਾਨੂੰ ਜਗ੍ਹਾ ਦਿੱਤੀ ਤੁਸੀਂ ਪੰਜਾਬੀ ਅਕੈਡਮੀ ਦੇ ਟੀਚਰ ਹੋ। ਆਪਣਾ ਨਾਮ ਲਿਖਾ ਕੇ ਇਸ ਕਰਕੇ ਤੁਸੀਂ ਗੱਲ ਕਰ ਰਹੇ ਹੋ ਨਾ ਪੰਜਾਬੀ ਅਕੈਡਮੀ ਦੇ ਟੀਚਰ ਹੋ। ਫੇਰ ਢੋਲ ਪਾ ਪੰਜਾਬੀ ਅਕੈਡਮੀ ਤੁਹਾਨੂੰ ਸੈਲਰੀ ਦਿੰਦੀ ਹੈ ਸਿਰਫ ਪੜ੍ਹਾਉਣ ਲਈ ਉੱਥੇ ਭੇਜਦੀ ਹੈ। ਸਰ ਸਾਈਨ ਵੀ ਤੁਸੀਂ ਇਸ ਕਰਕੇ ਸਾਨੂੰ ਜਦੋਂ ਜਿਹੜਾ ਕਹੀ ਜਾਏਗਾ ਅਸੀਂ ਉਹ ਸਕੂਲ 'ਚ ਭੇਜਾਂਗੇ। ਔਰ ਇਹ ਵੀ ਤੁਹਾਨੂੰ ਮੈਂ ਵਾਅਦਾ ਕਰਦਾ ਕਿ ਜੇ ਤੁਹਾਡਾ ਸਕੂਲ ਜਿਹੜੇ ਸਕੂਲ ਤੁਸੀਂ ਅੱਜ ਜਾ ਰਹੇ ਹੋ ਜੇ ਉਹ ਪ੍ਰਿੰਸੀਪਲ ਐਸਆਈਓ ਸਕੂਲ ਦਾ ਨਾਮ ਹੀ ਲਿਖੇਗਾ ਤੇ ਤੁਹਾਨੂੰ ਮੈਂ ਉੱਥੇ ਸਕੂਲ 'ਚ ਰੱਖਾਂਗਾ। ਕਿਸੇ ਨੂੰ ਤੰਗ ਕਰਨ ਦਾ ਮਤਲਬ ਨਹੀਂ ਕਰਦਾ। ਸਭ ਨੂੰ ਸਹੂਲਤ ਦੇਣ ਨਾਲ ਮਤਲਬ ਹੈ। ਮੈਂ ਪਹਿਲੇ ਇੱਕ ਗੱਲ ਠੀਕ ਕਰ ਦਿੱਤੀ ਹੈ ਕਿ ਨੇੜੇ ਤੋਂ ਨੇੜੇ ਦੇ ਸਕੂਲ ਜਾਂ ਜਿਸ ਸਕੂਲ 'ਚ ਤੁਸੀਂ ਆਏ ਹੋ ਜੋ ਐਸਆਈਓ ਸਕੂਲ ਨੂੰ ਡਿਮਾਂਡ ਕਰਦਾ ਤਾਂ ਉੱਥੇ ਸਕੂਲ ਭੇਜਾਂ। ਵੀਰ ਜੀ ਇਹ ਤੁਸੀਂ ਜੁਆਇਨਿੰਗ ਲੈਟਰ ਛਪਵਾਏ ਹੈ ਨਾ ਉਹ ਤਾਂ ਦੋਵੇਂ ਸਾਈਨ ਹੋ ਜਾਣਗੇ ਪ੍ਰਿੰਸੀਪਲ ਦਾ ਸਰ ਸਾਨੂੰ ਕਿਸੇ ਵੀ ਤਰੀਕੇ ਦੇ ਨਾਲ ਸਾਨੂੰ ਜੁਆਇਨ ਕਰਵਾ ਕਿਸੇ ਵੀ ਤਰੀਕੇ ਦੇ ਨਾਲ ਸਾਨੂੰ ਜੁਆਇਨ ਕਰਵਾ ਦਿਓ। ਜੇ ਜੁਆਇਨ ਨਹੀਂ ਕਰ ਸਕਦੇ ਸਾਰੀਆਂ ਭੇਜੀ ਜਾਓ ਜਦ ਤੁਸੀਂ ਨਹੀਂ ਕਰਵਾਉਣਾ ਸਾਡੇ ਘਰ ਦੇ ਪੈਕੇ ਸੁਣ ਲਓ ਮੇਰੀ ਗੱਲ ਸਾਰੀਆਂ ਭੈਣਾਂ ਨੂੰ ਮੇਰੀ ਗੱਲ ਚੱਲਦੇ ਆ ਇੱਕ ਮਿੰਟ ਚੁੱਪ ਕਰੋ ਇੱਕ ਮਿੰਟ ਚੁੱਪ ਕਰੋ ਸਾਰੀਆਂ ਭੈਣਾਂ ਇੱਕ ਗੱਲ ਸੁਣ ਲਓ ਕਿ ਮੈਂ ਤੇ ਸਰਦਾਰ ਅਮਰਜੀਤ ਸਿੰਘ ਜੀ ਨੇ ਸਾਡੀ ਐਜੂਕੇਸ਼ਨ ਕਮੇਟੀ ਨੇ ਜਿੰਨੀ ਤੁਹਾਡੇ ਵਾਸਤੇ ਮਿਹਨਤ ਕੀਤੀ ਹੈ ਸ਼ਾਇਦ ਕਿਸੇ ਨੇ ਤੁਹਾਡਾ ਇਹ ਸਾਡੇ ਤੋਂ ਚੰਗਾ ਕੋਈ ਵਕੀਲ ਮਿਲਿਆ ਸੁਣ ਕੇ ਲੋ ਗੱਲ ਸੁਣ ਲਓ ਨਾ ਇੱਕ ਮਿੰਟ ਸੁਣ ਲੈ ਗੱਲ एक गवर्नर बॉडी भी असा पास करा लिया आपने का एजुकेशन बॉडी भी पास करा लिया कमेटी के सरकार है समझो प्राइवेट मेरी फैक्ट्री नहीं जिसे मैं जो मर्जी किसी को रख लागा जो मर्जी सरकार के लिए सारे काम करने मैं सारी फाइलों दोनों अप्रूव हो गए मैं थोड़े नाल आए सरदार जी को डेटा भी पढ़ा दी दे भी दिता कि उत्थे चिट्ठियां रिसीव हो जाएंगी सब इन्ने दिन वेट की है और 10-15 दिन वेट करो किसी भी दिन फाइल आ जाएगी। सर सर और एक मिनट चुप तो करो फिर सुन लो वो पूरी का नहीं 2 लाइन लग लगवा जाओ। दो साइन करवा लो और की ਸਾਈਨ ਤੁਸੀਂ ਕਰ ਦੇਣਾ ਸਰ ਸਾਡੇ ਤੇ सर 2 लाइन ਅਸੀਂ ਤੁਹਾਡੀ ਟੀਚਰ ਦਾ ਵੀਰ ਜੀ ਇਹ ਨਾ ਮੈਂ ਤਾਂ ਇਹੋ ਹੀ ਮੇਰਾ ਦਿਮਾਗ ਜੋ ਕੰਮ ਕਰਦਾ ਹੈ चुप करेगा कि नहीं करेगा ਜੁਆਇਨਿੰਗ ਲੈਟਰ ਦਾ ਇੱਕ ਪੇਜ ਦੇ ਦਿਓ ਉਹਦੇ ਉੱਤੇ ਪ੍ਰਿੰਸੀਪਲ ਦੀ ਤੇ ਐਸਆਈ ਦੀ ਸਾਈਨ ਕਰਾ ਲਿਆ ਕਿਉਂਕਿ ਕਿ ਨਾ ਉਹਨਾਂ ਨੂੰ ਮਿਹਨਤ ਕਰਨੀ ਪਏਗੀ ਨਾ ਤੁਹਾਨੂੰ ਮਿਹਨਤ ਕਰਨੀ ਪਏਗੀ ਹਾਂ ਜੁਆਇਨਿੰਗ ਲੈਟਰ ਜਿਹੜਾ ਜੁਆਇਨਿੰਗ ਫਾਰਮ ਹੈ ਨਾ ਉਹਦੇ ਉੱਤੇ ਦੋਨਾਂ ਦਾ ਸਾਈਨ ਹੋ ਜਾਣਗੇ ਪ੍ਰਿੰਸੀ ਦੇ ਵੀ ਤੇ ਐਸਆਈ ਦੇ ਵੀ ਉੱਥੋਂ ਹੀ ਕਰਾ ਕੇ ਲਿਆਓ ਨਾ ਮੇਰੇ ਐਸਆਈ ਕੋਈ ਲੈਟਰ ਤੇ ਉਹਨਾਂ ਦਾ ਲੈਟਰ ਪੰਜਾਬੀ ਅਕੈਡਮੀ ਲੈਟਰ ਨਹੀਂ ਲਿਖੇ ਸਰ ਇਹ ਸ਼ਰਤ ਤੇ ਬਹੁਤ ਰੌਂਗ ਹੈ ਪੰਜਾਬੀ ਅਕੈਡਮੀ ਥੋੜੀ ਲਿਖ ਸਕਦੀ ਹੈ ਕਿ ਮੈਂ ਤੁਹਾਡੇ ਸਕੂਲ ਟੀਚਰ ਤੇ ਪੰਜਾਬੀ ਅਕੈਡਮੀ ਨਹੀਂ ਪਰਮਿਸ਼ਨ ਚੁੱਪ ਕਰੋ ਪੰਜਾਬੀ ਅਕੈਡਮੀ ਸਿਰਫ ਇਹ ਕਹੇਗੀ ਜਿਹੜਾ ਕਹਿ ਦਿੱਤਾ ਉਹਨਾਂ ਨੂੰ ਅਸੀਂ ਲਿਖ ਕੇ ਲੈਟਰ ਭੇਜ ਦਿੱਤੇ ਕਿ ਤੁਸੀਂ ਦੱਸੋ ਤੁਹਾਡੇ ਕਿਹੜੇ ਕਿਹੜੇ ਸਕੂਲ 'ਚ 6 ਬੱਚੇ ਪੰਜਾਬੀ ਪੜ੍ਹਨ ਵਾਲੇ ਇੱਕ ਕਲਾਸ ਔਰ ਸਾਰੇ ਸਕੂਲ 'ਚ 3 ਕਲਾਸਾਂ 'ਚ 15 ਬੱਚੇ ਚਾਹੀਦੇ ਅਸੀਂ ਉੱਥੇ ਟੀਚਰ ਭੇਜ ਦਿਆਂਗੇ ਤੇ ਭੇਜਾਂਗਾ ਵੀ ਤੁਹਾਨੂੰ ਹੋਰ ਕੀ ਕਰਾਂਗਾ ਨਹੀਂ ਵੀਰ ਜੀ ਉਹ ਗੱਲ ਠੀਕ ਹੈ ਜਿਵੇਂ ਪਹਿਲੇ ਦਿੰਦੇ ਸੀ ਨਾ ਜੁਆਇਨਿੰਗ ਵਾਲਾ ਤੁਸੀਂ ਉਹਨਾਂ ਤੋਂ ਦੋਹਾਂ ਦੇ ਸਾਈਨ ਪ੍ਰਿੰਸੀਪਲ ਦੇ ਵੀ ਹੋਣਗੇ ਐਸਆਈ ਦੇ ਵੀ ਐਸਆਈ ਦੀ ਹੋਣਗੇ ਪ੍ਰਪੋਜ਼ਲ ਵੀ ਤੂੰ ਕੀਤੀ ਮੈਂ ਸਾਈ ਕੋਲ ਭੇਜਵਾ ਦਿੰਦੀ ਆ ਲਗਵਾ ਦੇ ਨਹੀਂ ਮੈਂ ਕਰਵਾ ਦਾਂਗੀ ਹਾਂ ਤੇ ਪਰ ਸਾਰੇ ਜੇ ਨਹੀਂ ਕੋਈ ਕਰਾ ਫਿਰ ਸਾਰੇ ਨਹੀਂ ਕਰਵਾਏ ਜੇ ਸਾਰੇ ਨਹੀਂ ਕਰਾ ਸਕਦੇ ਫਿਰ ਮੇਰੀ ਗਰੰਟੀ ਤੇ ਉਹਨਾਂ ਨੂੰ ਦਿਓਗੇ ਨਾ ਅਜਰਾ ਬੰਦ ਸਾਰਿਆਂ ਨੂੰ ਲੈ ਕੇ ਚੱਲੋ ਨਾ ਫਿਰ ਸਾਰੇ ਨੌਕਰੀ ਦੇਣੀ ਪੈਣੀ ਹੈ ਜਦ ਤੋਂ ਬੰਦੇ ਸਾਹਿਬ ਆਏ ਹੈ ਤਾਂ ਸਾਡਾ ਹੋਇਆ ਅਸੀਂ ਅੱਜ 35 ਸਾਲ ਤੋਂ ਨੌਕਰੀ
ਨੌਕਰੀ ਕਰੇ, ਸਾਨੂੰ ਕੋਈ ਐਸਆਈ ਤੋਂ ਨਹੀਂ ਲਿਖਿਆ ਜਾ ਰਿਹਾ ਹੈ। ਸਿਰਫ ਉਹ ਸਾਨੂੰ ਗੁੰਮਰਾਹ